ਕਾਂਗਰਸ ਦੇ ਵਿੱਚ ਅਕਾਲੀ ਦਲ ਨੇ ਐਸੇ ਬੰਦੇ ਵਾੜੇ ਹੋਏ ਨੇ ਜਿਹੜੇ ਕੰਮ ਉਹਨਾਂ ਤੋਂ ਲੈਂਦੇ ਨੇ, ਕਹਿਣ ਨੂੰ ਕਾਂਗਰਸੀ ਸੀਗੇ। ਮੇਰੀ ਕਿਸਮਤ ਸੀ ਕਿ ਇੱਕ ਬੰਦਾ ਤਾਂ ਇਲੈਕਸ਼ਨ ਲੜ ਕੇ ਇੱਥੋਂ ਭੱਜ ਗਿਆ ਸੀ। ਮੈਂ ਸੋਚਿਆ ਕਿ ਮੈਂ ਤਾਂ ਲੋਕਾਂ ਤੋਂ ਘਰੇ ਜਾ ਕੇ ਗਲਾ ਪਾੜ ਕੇ ਕਿਹਾ ਮੇਰੀ ਜ਼ੁਬਾਨ ਹੈ ਵੀ ਮੈਂ 5 ਸਾਲ ਤੁਹਾਡੇ ਨਾਲ ਰਹਿਣਾ ਹੈ, ਇੱਥੇ ਤੁਹਾਡੀ ਮਦਦ ਕਰਨੀ ਹੈ ਭਰਾਵੋ, ਮੈਨੂੰ ਵੋਟਾਂ ਪਾਓ। घर घर जाके मैं जिन्ने कौंसलर ने सारे मैं कहनी हाँ दिल ते हथ रख के अपनी धियां दी सौं खा के कहन कि बिटी ने मदद नहीं की। पर जब बड़े लीडर ਜਿਹੜੇ ਕਾਂਗਰਸ ਨਾਲ ਜੁੜੇ ਇਹਨਾਂ ਨੂੰ ਫੋਨ ਕਰਦੇ ਸੀ ਕੌਂਸਲਰਾਂ ਨੂੰ ਜਾਂ ਹੋਰਾਂ ਨੂੰ ਵੀ ਭਾਈ ਬਿੱਟੀ ਨਾਲ ਨਹੀਂ ਤੁਰਨਾ ਤੁਸੀਂ, ਕਿਉਂਕਿ ਸ਼ੁਰੂ ਤੋਂ ਇੱਕ ਸਾਜ਼ਿਸ਼ ਚੱਲ ਰਹੀ ਸੀ ਅਕਾਲੀ ਦਲ ਦੀ ਕਾਂਗਰਸ ਰਾਹੀਂ ਕਿ ਇੱਥੇ ਅਸੀਂ ਕਾਂਗਰਸ ਨੂੰ ਨਾ ਵੱਡਾ ਹੋ ਗਈ। ਸੀ ਕਿ ਰਾਹੁਲ ਗਾਂਧੀ जी ਨੂੰ ਇਹ ਚੀਜ਼ ਪ੍ਰਿयंका जी ਵੀ ਨਾਰਾ ਦੇ ਰਹੇ ਨੇ, ਇਹ ਇਸ ਚੀਜ਼ ਨੂੰ ਸਮਝਣਗੇ ਕਿ ਇਹ ਲੜਕੀ ਉਰੇ ਕਿਉਂ ਬੈਠੀ ਹੈ। ਮੇਰਾ 2.5 ਸਾਲ ਦਾ ਬੱਚਾ ਸੀ ਜਦੋਂ ਮੈਂ ਪਿਛਲੀ ਇਲੈਕਸ਼ਨ ਲੜੀ। ਬਾਕੀ ਮੈਨੂੰ ਤਾਂ ਖੁਦ ਇਹ ਆਪ ਕਹਿੰਦੇ ਝਾਂਸੀ ਦੀ ਰਾਣੀ, ਹੁਣ ਉੱਥੇ ਕੀ ਗੱਲਾਂ ਬਾਤਾਂ ਹੋਈਆਂ, ਕਿਉਂ ਇਹ ਚੀਜ਼ਾਂ 'ਚ ਮਤਲਬ ਇਹ ਮਾਰ ਪਈ ਹੈ। ਔਰ ਮੈਂ ਤਾਂ ਕੁੜੀਆਂ ਨਾਲ ਧੱਕਾ ਸਮਝਦਾ। ਮੈਂ ਤਾਂ ਲੜਾਈ ਲੜਦੀ ਹਾਂ ਆਪਣੇ ਲੋਕਾਂ ਦੀ। ਮੇਰੇ ਜੀਵਨ 'ਚ ਜੋ ਵੀ ਮੈਦਾਨ ਆਊਗਾ ਮੈਂ ਤਾਂ ਡਟ ਕੇ ਲੜਨਾ। ਜੋ ਰਸਤਾ ਮਿਲੂਗਾ, ਜੇ ਤਾਕਤ ਪਰਮਾਤਮਾ ਮੈਨੂੰ ਦੇਣਗੇ, ਉਹ ਸਹੀ ਤਰੀਕੇ ਨਾਲ ਮੈਂ ਆਪਣੇ ਪੰਜਾਬ ਦੀ ਇੱਕ ਧੀ ਬਣ ਕੇ, ਮੈਂ ਆਪਣੇ ਭਰਾਵਾਂ ਦੀ ਭੈਣ ਬਣ ਕੇ ਮੈਂ ਸਿਸਟਮ ਦੇ ਖਿਲਾਫ ਲੜਦੀ ਹਾਂ। ਡਾਕਟਰ ਸਾਹਿਬ ਹੋਰ ਵੱਡੇ ਲੀਡਰ, ਮੈਂ ਬੜਾ ਰੌਲਾ ਪਾਇਆ ਵੀ ਆਹ ਤੁਸੀਂ ਜਿਹਨੂੰ ਟਿਕਟ ਦੇਤੀ ਇਹਨੇ ਹਾਰ ਜਾਣਾ। ਉਹ ਕਿਸੇ ਅਕਾਲੀ ਦਲ ਨਾਲ ਰਲਿਆ ਹੋਇਆ ਬੰਦਾ ਸੀ ਜਿਹਦੇ ਕਹਿਣ 'ਤੇ ਉਹ ਉਸ ਬੰਦੇ ਨੂੰ ਉੱਥੇ ਅਕਾਲੀ ਦਲ ਜਿਤਾਤਾ। ਫਿਰ ਮੈਨੂੰ ਕੌਣ ਮੰਨ ਤੂੰ ਆ? ਮੈਂ ਕਿਹਾ ਮੈਂ ਕਿਸੇ ਝੂਠੇ ਬੰਦੇ ਦੇ ਪਿੱਛੇ ਨਹੀਂ ਖੜਨਾ, ਮੈਂ ਆਪਣੇ ਲੋਕਾਂ ਨੂੰ ਗੁੰਮਰਾਹ ਨਹੀਂ ਕਰਨਾ। ਉਦੋਂ ਵੀ ਮੈਂ ਕਿਹਾ ਸੀ ਪਾਰਟੀ ਦਾ ਨੁਕਸਾਨ ਤੁਸੀਂ ਕਿਉਂ ਕਰ ਰਹੇ ਹੋ? ਕੌਣ ਪ੍ਰਿयंका ਜੀ ਇੱਥੇ ਕੌਣ, ਇੱਥੇ ਮਾਈ ਬਾਪ ਕੌਣ ਹੈ? ਕੌਣ ਤੁਹਾਨੂੰ ਦੱਸ ਰਿਹਾ ਵੀ ਇੱਥੇ ਕੀ ਹੋ ਰਿਹਾ? ਸਾਰੇ ਆਪਣੇ ਆਪਣੇ ਲੱਗੇ ਹੋਏ ਹੈ ਵੀ ਮੈਂ ਆ ਕਰ ਲਾਂ, ਮੇਰਾ ਦੇਖ ਲਓ, ਮੇਰਾ ਦੇਖ ਲਓ। ਅਸਲੀ ਤੁਹਾਡਾ ਪਹਿਰੇਦਾਰ ਬਣ ਕੇ ਤੁਹਾਨੂੰ ਕੌਣ ਸਲਾਹਾਂ ਦੇ ਰਿਹਾ? ਮੈਂ ਤੁਹਾਡੇ ਧਿਆਨ 'ਚ ਲਿਆ ਰਹੀਆਂ ਗੱਲਾਂ। ਬਿੱਟੀ ਨੇ ਕੁਝ ਕੱਢਣਾ ਪਾਉਣਾ ਨਹੀਂ, ਪਾਰਟੀ ਨਾਲ ਜੁੜੇ ਹੋਣ ਕਰਕੇ ਗੱਲਾਂ ਮੈਂ ਕਹਿ ਰਹੀ ਹਾਂ ਪਾਰਟੀ ਨੂੰ। ਸਵਾਗਤ ਪੰਜਾਬੀ ਨੈਸ਼ਨਲ ਟੀਵੀ ਦੇਖਦੇ ਦਰਸ਼ਕਾਂ ਦਾ। ਮੈਂ ਗੁਰਨਾਮ ਸਿੰਘ ਬਿਲਗਾ ਤੇ ਇਸ ਵਕਤ ਹਲਕਾ ਸਾਹਨੇਵਾਲ ਪਿੰਡ ਕੂਮਖੁਰ ਦੇ ਵਿੱਚ ਮੌਜੂਦ ਹਾਂ। ਕੁਛ ਦਿਨ ਪਹਿਲਾਂ ਜਦੋਂ ਇਹ ਬਿਆਨ ਆਉਂਦਾ ਹੈ ਕਿ ਕਾਂਗਰਸ ਪਾਰਟੀ ਨੇ ਵੱਡੇ ਪੱਧਰ 'ਤੇ ਫੈਸਲਾ ਲਿਆ ਆ ਕਿ ਪੰਜਾਬ ਦੀ ਇਲੈਕਸ਼ਨ ਦੌਰਾਨ ਪਰਿਵਾਰਵਾਦ ਨੂੰ ਅੱਗੇ ਨਹੀਂ ਕੀਤਾ ਜਾਵੇਗਾ, ਹਰ ਲੀਡਰ ਹਰ ਹਲਕੇ ਦੇ ਵਿੱਚ ਉਹੀ ਉਮੀਦਵਾਰ ਉਤਾਰੇ ਜਾਣਗੇ ਜਿਹੜੇ ਉਸ ਹਲਕੇ ਦੇ ਵਿੱਚ ਵਧੀਆ ਆਪਣੀ ਪਰਫਾਰਮੈਂਸ ਦਿਖਾ ਰਹੇ, ਲੋਕਾਂ ਦੇ ਨਾਲ ਜੁੜੇ ਹੋਏ ਨੇ ਤੇ ਲੋਕਾਂ ਦੀ ਸੇਵਾ ਕਰਦੇ ਨੇ। ਇੱਕ ਪਰਿਵਾਰ ਦੇ ਵਿੱਚ ਇੱਕ ਟਿਕਟ ਜਾਣ ਦੀ ਜਦੋਂ ਗੱਲ ਚੱਲੀ ਜਾਂਦੀ ਆ ਤਾਂ ਆਮ ਅਖਬਾਰਾਂ ਵਿੱਚ ਜਾਂ ਕਾਂਗਰਸ ਦੇ ਵਰਕਰਾਂ ਵਿੱਚ ਵੀ ਇਹ ਗੱਲ ਸਰਾਈ ਗਈ ਕਿ ਵਾਕਿਆ ਆਮ ਜਿਹੜੇ ਲੋਕ ਆ ਉਹਨਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ। ਇੱਕ ਪਰਿਵਾਰ ਦੇ ਵਿੱਚ 4-4 MLA ਜਾਂ 2-2 MP ਦੀਆਂ ਸੀਟਾਂ ਆਉਣ, ਇਹ ਕਿਤੇ ਨਾ ਕਿਤੇ ਲੋਕਤੰਤਰ ਦੇ ਵਿੱਚ ਚੰਗੀ ਗੱਲ ਨਹੀਂ। ਹਲਕਾ ਸਾਹਨੇਵਾਲ ਤੋਂ ਸਤਵਿੰਦਰ ਕੌਰ ਨੇ ਪਿਛਲੇ 2017 ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਇਲੈਕਸ਼ਨ ਲੜੀ ਤੇ ਅੱਜ ਉਹਨਾਂ ਦੀ ਇਲੈਕਸ਼ਨ ਕੱਟ ਕੇ ਬਿਕਰਮ ਬਾਜਵਾ ਨੂੰ ਇੱਥੋਂ ਟਿਕਟ ਦੇ ਕੇ 2022 ਲਈ ਕਾਂਗਰਸ ਨੇ ਹਲਕੇ ਦੇ ਵਿੱਚ ਉਤਾਰ ਦਿੱਤਾ। ਸਵਾਲ ਇਹ ਖੜਾ ਹੋ ਗਿਆ ਕਿ ਕੀ ਬਿਕਰਮ ਸਿੰਘ ਬਾਜਵਾ ਇਸ ਹਲਕੇ ਨੂੰ ਰੀਪ੍ਰਜੈਂਟ ਕਰਨ ਦੀ ਸਮਰੱਥਾ ਵੱਧ ਰੱਖਦੇ ਨੇ ਜਾਂ ਕਿਹੜੇ ਕਾਰਨ ਨੇ ਕਿ ਸਤਵਿੰਦਰ ਕੌਰ ਦੀ ਟਿਕਟ ਕੱਟ ਕੇ ਬਿਕਰਮ ਬਾਜਵਾ ਨੂੰ ਦਿੱਤੀ ਗਈ ਆ ਤੇ ਪੰਜਾਬ ਦੇ ਕਿਹੜੇ ਵੱਡੇ ਲੀਡਰ ਦੇ ਉਹ ਨਜ਼ਦੀਕੀ ਰਿਸ਼ਤੇਦਾਰ ਨੇ? ਪਰਿਵਾਰਵਾਦ ਦੇ ਦੋਸ਼ਾਂ ਤੋਂ ਕਾਂਗਰਸ ਆਖਰੀ ਲਿਸਟ ਵਿੱਚ ਬਚ ਨਹੀਂ ਪਾਈ। ਸਤਵਿੰਦਰ ਕੌਰ ਜੀ ਨਾਲ ਗੱਲ ਕਰਦੇ ਹਾਂ। ਸਤਵਿੰਦਰ ਕੌਰ ਜੀ ਨਿੱਘਾ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਆਏ ਹੋ। ਸਤਵਿੰਦਰ ਕੌਰ ਜੀ, ਕਿਹੜੀ ਉਹ ਗੱਲ ਸੀ ਵੀ ਤੁਸੀਂ ਪਿਛਲੇ 5 ਸਾਲ ਤੋਂ ਲੋਕਾਂ ਨਾਲ ਜੁੜੇ ਸੀ? ਪਿਛਲੀ ਵਾਰੀ ਇਲੈਕਸ਼ਨ ਥੋੜ੍ਹੇ ਮਾਰਜਨ ਨਾਲ ਤੁਸੀਂ ਇਹ ਸੀਟ ਜਿਹੜੀ ਆ ਹਾਰ ਗਏ ਸੀਗੇ। ਕਿਹੜੀ ਉਹ ਚੀਜ਼ ਸੀਗੀ ਜਿਹੜੀ ਤੁਹਾਨੂੰ ਛੱਡ ਕੇ ਬਿਕਰਮ ਬਾਜਵਾ ਨੂੰ ਟਿਕਟ ਪਾਰਟੀ ਨੇ ਦੇ ਦਿੱਤੀ? ਦੇਖੋ, ਪਹਿਲਾਂ 2012 'ਚ ਬਿਕਰਮ ਬਾਜਵਾ, ਪਹਿਲਾਂ ਤਾਂ ਮੈਂ ਲੋਕਾਂ ਨੂੰ ਦੱਸਦਾ, ਇਹ ਜਾਣ ਕੇ ਆਪਣੇ ਨਾਂ ਦੇ ਨਾਲ ਸ਼ੋਅ ਨਹੀਂ ਕਰ ਰਿਹਾ, ਇਹ ਮੈਡਮ ਭੱਠਲ, ਰਜਿੰਦਰ ਕੌਰ ਭੱਠਲ ਜੀ ਦੇ ਜਵਾਈ ਨੇ, ਠੀਕ ਹੈ ਜੀ। ਔਰ ਇਹਨਾਂ ਨੂੰ ਪਹਿਲਾਂ 2012 ਸਾਡੇ ਤੋਂ ਪਹਿਲਾਂ ਇੱਥੋਂ ਲੜਾਇਆ ਗਿਆ ਸੀ ਅਤੇ ਉਦੋਂ ਇਹ ਮਤਲਬ 28,000 ਮੇਰਾ ਖਿਆਲ ਉਹਦੇ ਮਾਰਜਨ ਨਾਲ ਇਹ ਪਿੱਛੇ ਰਹਿ ਗਏ ਸੀਗੇ, ਠੀਕ ਹੈ ਜੀ। ਉਸ ਤੋਂ ਬਾਅਦ ਮਤਲਬ ਲੋਕ ਮੈਨੂੰ ਦੱਸਦੇ ਆ, ਕਿਉਂਕਿ ਇਹ ਬਿਲਕੁਲ ਲੋਕਾਂ 'ਚ ਨਹੀਂ ਵਿਚਰੇ,
ਭਾਵੇਂ ਬੰਦਾ ਹਾਰ ਜੇ ਪਰ ਉਹਨੂੰ ਫਿਰ ਵੀ ਵੋਟ ਪਈ ਹੁੰਦੀ ਹੈ, ਲੋਕਾਂ ਨੇ ਪਾਈ ਹੁੰਦੀ ਹੈ ਕਾਂਗਰਸ ਨੂੰ ਵੋਟ। ਉਸ ਤੋਂ ਬਾਅਦ ਇਹ ਗਾਇਬ ਹੋ ਗਏ, ਠੀਕ ਹੈ। ਜਿਨ੍ਹਾਂ ਦਾ ਚੰਡੀਗੜ੍ਹ ਘਰ ਹੈ ਉੱਥੇ ਆਪਣਾ ਰਹੇ ਮੌਜ ਨਾਲ ਜਾ ਕੇ। ਫਿਰ ਇਹ ਦੁਬਾਰਾ ਜਦੋਂ ਮੈਂ ਆ ਕੇ ਕਾਂਗਰਸ ਜੁਆਇਨ ਕੀਤੀ 2016 'ਚ ਜੂਨ 'ਚ, ਹੈ ਜੀ। ਵੈਸੇ ਅਸੀਂ ਕਾਂਗਰਸ ਪਰਿਵਾਰ ਨਾਲ ਜੁੜੇ ਹੋਏ ਸੀਗੇ। ਸਾਨੂੰ ਪਰਿਵਾਰ ਬਾਰੇ ਦੱਸ ਦਿਓ। ਹਾਂ, ਸਾਡੇ ਜੀ ਨਾਨਾ ਜੀ ਆਜ਼ਾਦ ਹਿੰਦ ਫੌਜ 'ਚ ਲੜਾਈ ਉਹਨਾਂ ਨੇ ਲੜੀ ਹੋਈ ਸੀ। ਉਦੋਂ ਸਾਰੇ ਕਾਂਗਰਸ ਪਾਰਟੀ ਨਾਲ ਜੁੜੇ ਆ। ਸੁਭਾਸ਼ ਚੰਦਰ ਬੋਸ ਜੀ ਨਾਲ ਮਤਲਬ ਉਹਨਾਂ ਨੇ ਲੜਾਈ ਲੜੀ। ਉਹ ਮੈਂ ਪਰਿਵਾਰ ਦੀ ਨੂੰਹ ਹਾਂ, ਹੈ ਜੀ। ਫਿਰ ਕਾਂਗਰਸ ਪਾਰਟੀ ਨਾਲ ਸਾਡਾ ਪਰਿਵਾਰ ਉਦੋਂ ਤੋਂ ਜੁੜਿਆ। ਆਪਣੇ ਇਲਾਕੇ ਦੇ ਸਾਡੇ ਸਾਰੇ ਪਿੰਡਾਂ ਨੂੰ ਪਤਾ ਹੈ ਕਿ ਮੇਰੇ ਦਾਦਾ ਜੀ ਕਿਵੇਂ ਲੋਕਾਂ ਦੀ ਸੇਵਾ ਕਰਦੇ ਸੀ। ਨਾਨਾ ਜੀ ਦੀ ਫੋਟੋ ਅੱਜ ਵੀ DC ਦਫ਼ਤਰ 'ਚ ਲੱਗੀ ਹੋਈ ਹੈ ਜੀ। ਨਾਨਾ ਜੀ ਕਪੂਰ ਸਿੰਘ ਜੀ ਕਿਉਂਕਿ ਇਲਾਕਾ ਜਾਣਦਾ ਸੀਗਾ, ਸਾਰੇ ਆਉਂਦੇ ਸੀ ਕੰਮ ਕਰਾਉਣ DC ਦਫ਼ਤਰ ਲੈ ਕੇ ਜਾਣਾ, ਸਾਰੇ ਇਸ ਤਰ੍ਹਾਂ ਸੇਵਾ ਕਰਦੇ ਆ ਰਹੇ ਸੀਗੇ। ਅਤੇ ਜਦੋਂ ਮੈਂ ਵਿਆਹ ਕੇ ਆਈ ਹਾਂ ਇਸ ਪਰਿਵਾਰ 'ਚ, ਤਾਂ ਕੁੜੀਆਂ ਨੂੰ ਮੈਨੂੰ ਲੱਕੀਲੀ ਕਿਉਂਕਿ ਮੈਂ ਵੀ ਆਰਟਿਸਟ ਸੀ, 20-25 ਸਾਲ ਤੋਂ ਮੈਂ ਲੋਕਾਂ 'ਚ ਫਿਰਦੀ ਸੀ, ਹਾਂਜੀ। ਅਤੇ ਮੈਨੂੰ ਪਾਰਟੀ ਨੇ ਮੂਹਰੇ ਲਿਆ ਕੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਮੈਨੂੰ ਚਾਂਸ ਦਿੱਤਾ ਔਰ ਮੈਂ ਡਟ ਕੇ ਲੜਾਈ ਲੜੀ, 12 ਦਿਨ 'ਚ ਲੜਾਈ ਲੜੀ। ਔਰ ਸ਼ਰਨਜੀਤ ਢਿੱਲੋਂ ਕੋਈ ਕਹਿੰਦਾ ਕਹਾਂ ਦਾ ਸਿਆਸਤ ਦਾ ਨਾਮ ਸੀ, ਸਾਡਾ ਓਪੋਜੀਸ਼ਨ ਦਾ ਲੀਡਰ ਹੈ ਅਕਾਲੀ ਦਲ ਦਾ, ਪੁਰਾਣਾ ਦਿਗਜ ਜਿਹਨੂੰ ਕਹਿੰਦੇ ਹੁੰਦੇ 20 ਸਾਲ ਜਿਹੜਾ ਵੜਿਆ ਹੋਇਆ ਸੀਗਾ ਸਿਆਸਤ 'ਚ। ਅਤੇ ਮੈਂ ਪਰ ਅਸੀਂ 4000 ਦਾ ਉਹ ਜਿਹੜਾ ਫਰਕ ਲੈ ਆਂਦਾ ਕਿਉਂਕਿ ਸਿਰਫ 12 ਦਿਨ ਸੀ। ਔਰ ਵਿਰੋਧ ਤਾਂ ਜਿਹੜੇ ਕਾਂਗਰਸ ਦੇ ਵਿੱਚ ਅਕਾਲੀ ਦਲ ਨੇ ਐਸੇ ਬੰਦੇ ਵਾੜੇ ਹੋਏ ਨੇ ਜਿਹੜੇ ਕੰਮ ਉਹਨਾਂ ਤੋਂ ਲੈਂਦੇ ਨੇ, ਕਹਿਣ ਨੂੰ ਕਾਂਗਰਸੀ ਸੀਗੇ। ਛੋਟੇ ਪੱਧਰ 'ਤੇ ਵੀ ਵੱਡੇ ਪੱਧਰ 'ਤੇ ਵੀ ਬਹੁਤ ਕੁਛ ਇਹ ਮਿਲ ਜੁਲ ਕੇ ਚੱਲਦਾ ਸੀਗਾ। ਜਿਹੜਾ ਫਰਕ 28-30 ਹਜ਼ਾਰ ਦਾ ਸੀ 2012 'ਚ ਖਿੱਚ ਕੇ ਉਹ 4000 ਰਹਿ ਗਿਆ। ਹਾਂਜੀ 4500। ਅਤੇ ਮੁੜ ਕੇ ਜੀ ਅਸੀਂ ਕੀ ਕੀਤਾ, ਇਹ ਮੇਰੀ ਕਿਸਮਤ ਸੀ ਕਿ ਇੱਕ ਬੰਦਾ ਤਾਂ ਇਲੈਕਸ਼ਨ ਲੜ ਕੇ ਇੱਥੋਂ ਭੱਜ ਗਿਆ ਸੀ। ਮੈਂ ਸੋਚਿਆ ਕਿ ਮੈਂ ਤਾਂ ਲੋਕਾਂ ਤੋਂ ਘਰੇ ਜਾ ਕੇ ਗਲਾ ਪਾੜ ਕੇ ਕਿਹਾ ਮੇਰੀ ਜ਼ੁਬਾਨ ਹੈ ਵੀ ਮੈਂ 5 ਸਾਲ ਤੁਹਾਡੇ ਨਾਲ ਰਹਿਣਾ ਹੈ, ਇੱਥੇ ਤੁਹਾਡੀ ਮਦਦ ਕਰਨੀ ਹੈ ਭਰਾਵੋ, ਮੈਨੂੰ ਵੋਟਾਂ ਪਾਓ। ਬਹੁਤ ਲੋਕਾਂ ਨੇ ਮੈਨੂੰ ਮੇਰੇ ਕਰਕੇ ਵੀ ਵੋਟ ਪਾਈ, ਪਾਰਟੀ ਕਰਕੇ ਵੀ ਪਾਈ। ਸੋ ਮੈਨੂੰ ਜਦੋਂ ਸਰਕਾਰ ਬਣ ਗਈ ਤਾਂ ਇਹ ਮੇਰੇ ਭਾਗ ਸੀ ਕਿ 5 ਸਾਲ ਮੈਨੂੰ ਮਿਲ ਗਏ। ਉਹ ਜਿਹੜੇ 5 ਸਾਲ ਮੈਨੂੰ ਮਿਲੇ, ਮੈਂ ਇੰਨੀ ਜ਼ਿਆਦਾ ਉਹਦੇ 'ਚ ਮਿਹਨਤ ਕੀਤੀ ਕਿ ਮੈਂ ਕੁਛ ਆਪਣੇ ਲੋਕਾਂ ਲਈ ਕਰਨ ਜੋਗੀ ਰਹਾਂ। ਲੋਕ ਮੇਰੇ ਕੋਲ ਆਉਂਦੇ ਸੀ, ਉਹ ਮੈਂ ਜਿੱਤੀ ਹੋਈ ਟੀਮ ਦਾ ਹਿੱਸਾ ਸੀ। ਉਹਦੇ ਦੌਰਾਨ ਇੱਥੇ ਹੀਰੋ ਸਾਈਕਲ ਇੰਡਸਟਰੀ ਆਈ, ਇੱਥੇ ਕਿੰਨੀਆਂ ਸੜਕਾਂ ਬਣੀਆਂ, ਇੱਕ ਪੰਚਾਇਤਾਂ ਜਿਹੜੀਆਂ ਵੱਡੀਆਂ ਸੀ ਉਹਨਾਂ ਨੂੰ ਮੈਂ ਛੋਟੀਆਂ ਕਰਕੇ ਉਹਦੇ 'ਚ 1-1 ਕਰੋੜ ਰੁਪਇਆ ਲਵਾਤਾ। ਜਿਵੇਂ ਨਾਮਦੇਵ ਇੱਕ ਕਲੋਨੀ ਆ, ਤੁਸੀਂ ਅੱਜ ਜਾ ਕੇ ਦੇਖਿਓ, ਉੱਥੇ ਤਾਂ ਮੈਨੂੰ ਫੁੱਲਾਂ ਨਾਲ ਲੱਦ ਦਿੰਦੇ ਆ ਲੋਕ ਜਦ ਮੈਂ ਜਾਂਦੀ ਹਾਂ। ਇਹ ਚੀਜ਼ਾਂ ਦੇਖ ਕੇ ਵੀ ਮੇਰੀ ਲੋਕਪ੍ਰਿਯਤਾ ਜਾਂ ਮੇਰੀ ਲਗਨ ਦੇਖ ਕੇ ਅਕਾਲੀ ਦਲ ਨੂੰ ਨੀਂਦ ਨਹੀਂ ਸੀ ਆਉਂਦੀ ਕਿ ਇਹ ਕੁੜੀ ਦਾ ਹੁਣ ਅਸੀਂ ਹੱਲ ਕੀ ਕਰੀਏ। ਕਿਉਂਕਿ ਪਹਿਲਾਂ ਜਦੋਂ ਕਾਂਗਰਸ ਦੇ ਕਈ ਇੱਥੇ ਲੀਡਰ ਆਏ, ਜਿਹੜਾ ਇੱਕ ਵਾਰ ਅਸੀਂ ਕਾਂਗਰਸ ਉਰੇ ਜਿੱਤੀ ਸੀ, ਈਸ਼ਰ ਸਿੰਘ ਮਿਹਰਬਾਨ, ਉਹਨੂੰ ਵੀ ਅਕਾਲੀ ਦਲ 'ਚ ਆ ਜੋ ਪੱਟ ਕੇ ਲੈ ਗਏ ਇਹ ਉਹਨਾਂ ਨੂੰ। ਇਹ ਚਾਹੁੰਦੇ ਸੀ ਅਕਾਲੀ ਦਲ ਕਿ ਅਸੀਂ ਉਰੇ ਕਾਬਜ਼ ਰਹੀਏ, ਠੀਕ ਹੈ ਜੀ। ਹੁਣ ਇਹਨਾਂ ਨੂੰ ਡਰ ਪਿਆ ਸੀ ਵੀ ਇਹ ਕੁੜੀ ਤਾਂ ਘਰ ਜਾਂਦੀ ਹੈ। ਮੈਨੂੰ ਵੈਸੇ ਹੀ ਚੰਗਾ ਲੱਗਦਾ ਕਿਉਂਕਿ ਮੈਂ 25 ਸਾਲ ਲੋਕਾਂ 'ਚ ਗਾਇਆ, ਜਾਂਦੀ ਰਹੀ ਹਾਂ। ਮੈਨੂੰ ਵੈਸੇ ਹੀ ਕੁੜੀਆਂ ਦਾ ਸੁਭਾਅ ਹੁੰਦਾ, ਅਸੀਂ ਰਾਜਨੀਤੀ 'ਚ ਨਹੀਂ ਹੁੰਦੇ। ਔਰ ਮੈਂ ਘਰ ਜਾ ਕੇ ਲੋਕ ਵੀ ਮੇਰੇ ਨਾਲ ਜੁੜੇ ਕਿਉਂਕਿ 5 ਸਾਲ ਇਹ ਮੇਰੀ ਕਿਸਮਤ 'ਚ ਆਏ ਸਰਕਾਰ ਦੇ। ਇਸ ਕਰਕੇ ਲੋਕਾਂ ਨੂੰ ਉਮੀਦਾਂ ਬਣ ਗਈਆਂ ਵੀ ਕੁੜੀ ਸਾਡਾ ਆ ਉਰੇ ਪਿੰਡ 'ਚ ਤੁਸੀਂ ਆਏ ਹੋ, ਘਰ ਮੇਰਾ ਇਲਾਕੇ 'ਚ ਮੇਰਾ ਘਰ ਹੈ, ਜੱਦੀ ਪੁਸ਼ਤੀ ਘਰ ਹੈ, ਜੱਦੀ ਪੱਕੀ ਰਿਹਾਇਸ਼ ਹੈ, ਜੱਦੀ ਪੁਸ਼ਤੀ ਸਾਡਾ ਘਰ ਹੈ ਜੀ। ਅਤੇ ਤੁਸੀਂ ਦੇਖੋ ਵੀ ਇਸੇ ਘਰ 'ਚ ਆ ਬਜ਼ੁਰਗ ਬੈਠੇ ਆ ਸਾਹਮਣੇ, ਇਹਨਾਂ ਨੂੰ ਪੁੱਛੋ 70 ਸਾਲ ਦੇ ਫੈਸਲੇ ਮੇਰੇ ਦਾਦਾ ਜੀ ਕਰਾਉਂਦੇ ਆ ਰਹੇ। ਮਤਲਬ ਸਾਡਾ ਪਰਿਵਾਰ ਉੱਦਾਂ ਜੁੜਿਆ ਹੋਇਆ ਸੀ ਪਾਰਟੀ ਨਾਲ, ਜੱਦੀ ਪੁਸ਼ਤੀ ਕਾਂਗਰਸੀ। ਔਰ ਲੋਕਾਂ 'ਚ ਰਹਿਣ, ਸਾਡਾ ਜੱਦੀ ਦਾ ਪਿੰਡ ਹੈ ਜੀ, ਨਾਲ ਜ਼ਮੀਨ ਹੈ, ਨਾਲ ਨਾਨਕੇ ਹੈ, ਸਾਰੇ ਪਿੰਡਾਂ 'ਚ ਸਾਡੀਆਂ ਰਿਸ਼ਤੇਦਾਰੀਆਂ। ਸੋ ਇਸ ਕਰਕੇ ਤਾਂ ਮੇਰੇ ਫਾਦਰ ਚਾਹੁੰਦੇ ਸੀ ਬੇਟਾ ਤੂੰ ਕੰਮ ਕਰੀ ਚੱਲ, ਲੱਗੀ ਚੱਲ, ਲੋਕਾਂ ਨੇ ਆਪਾਂ ਲੱਗੇ ਰਹਿਣਾ। ਸੋ ਇਸ ਤਰ੍ਹਾਂ ਦੇ ਹਾਲਾਤ 'ਚ ਜਦੋਂ ਅਕਾਲੀ ਦਲ ਨੂੰ ਲੱਗਿਆ, ਜੋ ਮੈਂ ਸਮਝਦੀ ਹਾਂ ਇਹੀ ਸੱਚਾਈ ਹੈ। ਅੱਜ ਕੋਈ ਕੁਛ ਵੀ ਕਹੀ ਚੱਲੇ ਵੀ ਬਿੱਟੀ ਪਤਾ ਟਿਕਟ ਨਹੀਂ, ਮੈਨੂੰ ਦੱਸ ਜਿਹੜਾ ਬੰਦਾ ਅਮਰੀਕਾ ਛੱਡ ਕੇ ਇੱਥੇ ਵੀ ਮੇਰੇ ਸਹੁਰਾ ਸਾਹਿਬ ਉਰੇ ਰਹਿੰਦੇ ਸੀ, ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ, ਇਹ ਡਿਊਟੀ ਮੈਂ ਸਾਂਭੀ ਆਪਣੇ, ਉਹਨਾਂ ਦੀ ਪੱਗ ਮੈਂ ਨਾਲ ਚੱਕੀ ਫਿਰਦੀ ਹਾਂ ਇੱਜ਼ਤ ਨਾਲ। ਮੈਨੂੰ ਮੇਰੇ ਪਿਤਾ ਨੇ ਇਹ ਕੰਮ ਦਿੱਤਾ ਕਰਨ ਲਈ। ਮੇਰੇ ਹਸਬੈਂਡ ਚਾਹੁੰਦੇ ਆ ਵੀ ਤੂੰ ਇਸ ਲੜੀ ਨੂੰ ਅੱਗੇ ਤੋਰ, ਤਾਂ ਮੈਂ ਲੜਾਈ ਲੜੀ ਹੈ। ਬਿੱਟੀ ਦਾ ਨਿੱਜੀ ਸਵਾਰਥ ਨਹੀਂ ਹੈ ਕੋਈ ਵੀ, ਇਹ ਲੋਕਾਂ ਨੂੰ ਸਮਝਣਾ ਪਊਗਾ। ਜੇ ਮੈਂ 20 ਸਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਗਾਇਆ, ਇੱਥੇ ਨਿੱਜੀ ਗੱਲਾਂ ਨਹੀਂ ਹੈਗੀਆਂ, ਗੱਲਾਂ ਹੈਗੀਆਂ ਮਾਨਵਤਾ ਦੇ ਰਾਹ 'ਤੇ ਤੁਰ ਕੇ। ਜਿਹੜੇ NRI ਲੋਕ ਨੇ, ਹੈਂ ਜੀ, ਮੇਰੇ ਭੈਣ ਭਰਾ, ਉਹਨਾਂ ਨੂੰ ਪੁੱਛੋ। ਮੈਂ ਬਾਹਰ ਰਹਿ ਕੇ ਦੇਖਿਆ ਕਿ ਦਿਲ 'ਚ ਵਿਛੋੜੇ ਦਾ ਦਰਦ ਕੀ ਹੈ, ਕਿ ਬਾਹਰ ਜਿਹੜੇ ਲੋਕ ਪੰਜਾਬ ਲਈ ਸੋਚਦੇ ਆ। ਮੈਂ ਸਾਰਾ ਕੁਝ ਛੱਡ ਕੇ ਉਰੇ ਬਹਿ ਗਈ ਕਿ ਮੇਰੀ ਜ਼ਿੰਦਗੀ ਦਾ ਇਹ ਮਕਸਦ ਹੈ। ਮੇਰੇ ਸਹੁਰਾ ਸਾਹਿਬ ਅੱਜ ਦੁਨੀਆ 'ਚ ਨਹੀਂ ਰਹੇ, ਮੈਂ ਉਹਨਾਂ ਦਾ ਨਾਮ ਅੱਗੇ ਲੈ ਕੇ ਚੱਲਣਾ, ਮੈਂ ਪਰਿਵਾਰ ਨੂੰ ਅੱਗੇ ਲੈ ਕੇ ਚੱਲਣਾ, ਪਾਰਟੀ ਨੂੰ ਮੈਂ ਇੱਥੇ
ਫਿਰ ਜੋ 5 ਸਾਲਾਂ 'ਚ ਵੀਰ ਜੀ ਮੈਂ ਛੋਟੀਆਂ ਇਲੈਕਸ਼ਨਾਂ ਲੜਨ ਦਾ ਮੈਨੂੰ ਮੌਕਾ ਮਿਲਿਆ, ਘਰ ਘਰ ਜਾ ਕੇ ਮੈਂ ਕਹਿੰਦੀ ਸੀ ਭਾਈ ਕੋਈ ਨਹੀਂ ਅਸੀਂ ਵੱਡੀ ਤਾਂ ਤੁਸੀਂ ਹਰਾਤੀ, ਛੋਟੀਆਂ ਜਿਤਾਓ। ਘਰ ਘਰ ਜਾ ਕੇ ਮੈਂ ਜਿੰਨੇ ਕੌਂਸਲਰ ਨੇ ਸਾਰੇ ਮੈਂ ਕਹਿੰਦੀ ਹਾਂ ਦਿਲ ਤੇ ਹੱਥ ਰੱਖ ਕੇ ਆਪਣੇ ਧੀਆਂ ਦੀ ਸਹੁੰ ਖਾ ਕੇ ਕਹਿਣ ਕਿਹਦੀ ਬਿੱਟੀ ਨੇ ਮਦਦ ਨਹੀਂ ਕੀਤੀ। ਪਰ ਜਦ ਵੱਡੇ ਲੀਡਰ ਜਿਹੜੇ ਕਾਂਗਰਸ ਨਾਲ ਜੁੜੇ ਇਹਨਾਂ ਨੂੰ ਫੋਨ ਕਰਦੇ ਸੀ ਕੌਂਸਲਰਾਂ ਨੂੰ ਜਾਂ ਹੋਰਾਂ ਨੂੰ ਵੀ ਭਾਈ ਬਿੱਟੀ ਨਾਲ ਨਹੀਂ ਤੁਰਨਾ ਤੁਸੀਂ, ਕਿਉਂਕਿ ਸ਼ੁਰੂ ਤੋਂ ਇਹ ਇੱਕ ਸਾਜ਼ਿਸ਼ ਚੱਲ ਰਹੀ ਸੀਗੀ ਅਕਾਲੀ ਦਲ ਦੀ ਕਾਂਗਰਸ ਰਾਹੀਂ ਕਿ ਇੱਥੇ ਅਸੀਂ ਕਾਂਗਰਸ ਨੂੰ ਨਾ ਵੱਡਾ ਹੋਣ ਦਈਏ। ਇਹ ਸਾਜ਼ਿਸ਼ ਮੈਂ ਜਾਖੜ ਸਾਹਿਬ ਨੂੰ ਪਤਾ, ਆਪਣੇ ਅੰਦਰੂਨੀ ਲੀਡਰਾਂ ਨੂੰ ਮੈਂ ਜਾ ਜਾ ਕੇ ਦੱਸਦੀ ਰਹੀ ਹਾਂ ਵੀ ਸਰ ਉੱਥੇ ਪਾਰਟੀ ਦਾ ਨੁਕਸਾਨ ਹੈ। ਪਾਰਟੀ ਨੂੰ ਸਹੀ ਤਰੀਕੇ ਨਾਲ ਜੇ ਤੁਸੀਂ ਚਾਹੁੰਦੇ, ਅੱਜ ਪਹਿਲੀ ਵਾਰ ਇੱਥੇ ਸਾਡਾ ਚੇਅਰਮੈਨ ਬਣਾ ਤਾਂ 25 ਬਲਾਕ ਸੰਮਤੀ 23 ਅਸੀਂ ਜਿੱਤ ਗਏ। ਸੋ ਇਹ ਅਕਾਲੀ ਦਲ ਦਾ ਡਰ ਸੀਗਾ। ਇਹਨਾਂ ਨੇ ਚਾਲਾਂ ਚੱਲੀਆਂ, ਇਹਦੇ 'ਚ ਦੇਖੋ ਖਰੀਦੋ ਫਰੋਖਤ ਵੀ ਹੁੰਦੀ ਹੈ, ਸਿਆਸਤ ਹੈ, ਤਾਂ ਬਹੁਤ ਸਾਰੀਆਂ ਸੀਟਾਂ ਖਾਸ ਕਰਕੇ ਕੁੜੀਆਂ ਦੀਆਂ ਜੋ ਕਿ ਇਹ ਭੇਟ ਚੜ੍ਹ ਗਈਆਂ ਸਿਆਸਤ ਦੀਆਂ। ਅਤੇ ਮੈਨੂੰ ਇਹ ਲੱਗਦਾ ਕਿ ਕਿਸੇ ਘਰ 'ਚ ਵੀ ਬੇਟੀ ਹੈ ਤਾਂ ਬੇਟੀ ਮਾਹੌਲ ਬੜਾ ਅੱਛਾ ਰੱਖਦੀ ਹੈ। ਅਤੇ ਸਿਆਸਤ 'ਚ ਮੈਂ ਸਮਝਦੀ ਸੀ ਪ੍ਰਿਯੰਕਾ ਜੀ ਨੇ ਕਿਹਾ ਵੀ ਲੜਕੀ ਹੂੰ ਲੜ ਸਕਦੀ। ਸਵਾਲ ਜੋੜ ਦਿੰਦਾ, ਜਿਵੇਂ ਸਤਕਾਰ ਕੌਰ ਦੀ ਵੀ ਟਿਕਟ ਫਿਰੋਜ਼ਪੁਰ ਤੋਂ ਕੱਟੀ ਗਈ, ਤੁਸੀਂ ਵੀ ਇੱਕ ਮਹਿਲਾ ਹੋ, ਉੱਥੇ ਤਾਂ ਯੂਪੀ 'ਚ ਕਿਹਾ ਗਿਆ ਪ੍ਰਿਯੰਕਾ ਜੀ ਵੱਲੋਂ ਵੀ 40% ਦੀ ਅਸੀਂ ਮਹਿਲਾਵਾਂ ਨੂੰ ਉੱਥੇ ਮੌਕਾ ਦੇਵਾਂਗੇ। ਇੱਥੇ ਤੁਹਾਡੇ ਕੋਲ ਹੱਥ 'ਚ ਮੌਕਾ ਸੀਗਾ, ਇਹ ਟਿਕਟ ਮਤਲਬ ਕੱਟ ਕੇ ਤੁਹਾਡੀ ਉੱਧਰ ਜਾਣ ਦਾ ਕੋਈ ਖਾਸ ਵਜ੍ਹਾ ਕਾਰਨ? ਕਾਂਗਰਸ ਪਾਰਟੀ ਨੇ ਹੀ ਮੈਨੂੰ ਲੀਡਰ ਬਣਾਇਆ ਹੈ ਨਾ ਜੀ। ਮੈਂ ਇਸ ਰਾਹ 'ਤੇ ਤੁਰੀ, ਆਪਣੇ ਆਪ ਨੂੰ ਤਗੜਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਮੈਂ ਆਪਣੀ ਬੱਚੀਆਂ ਲਈ ਮੈਂ ਕੁਝ ਕਰ ਸਕਾਂ। ਜਦ ਸਾਡੀ ਕੋਈ ਬੱਚੀ, ਕੱਲ੍ਹ ਮੈਨੂੰ ਪਰਸੋਂ ਇੱਕ ਲੜਕੀ ਆਈ ਸੀ, ਮੈਨੂੰ ਕਹਿੰਦੀ ਦੀਦੀ ਮੇਰੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਕਿਸੇ ਨੇ ਮਿਸਯੂਜ਼ ਕਰ ਰਹੇ ਆ ਜੀ, ਮੇਰੀ ਮਦਦ ਕਰੋ। ਜੇ ਮੇਰੇ ਹੱਥ 'ਚ ਤਾਕਤ ਹੋਊਗੀ ਤਾਂ ਹੀ ਧੀਆਂ ਦੀ ਮੈਂ ਮਦਦ ਕਰੂੰਗੀ। ਮੈਂ ਤਾਕਤ ਉਸ ਲਈ ਲੜ ਰਹੀ ਸੀ ਕਿ ਮੇਰੀਆਂ ਬੱਚੀਆਂ ਲਈ ਮੈਂ ਮਦਦ ਕਰ ਸਕਾਂ। ਕਿਹੜੇ ਚੋਰ ਠੱਗ ਜਿਹੜੇ ਇੱਥੇ ਐਡੇ ਲੀਡਰ ਨੇ ਪੰਜਾਬ ਦੇ, ਜਿਸ ਤਰ੍ਹਾਂ ਦੇ ਇੱਥੇ ਹਾਲਾਤ ਨੇ, ਕਿੱਥੇ ਧੀਆਂ ਮਦਦ ਮੰਗਣ ਜਾਣਗੀਆਂ। ਮੈਂ ਪ੍ਰਿਯੰਕਾ ਜੀ 'ਤੇ ਭਰੋਸਾ ਕਰਦੀ ਸੀ, ਰਾਹੁਲ ਜੀ ਉਹਨਾਂ ਦੀ ਚੰਗੀ ਸੋਚ ਹੈ ਕਿ ਤੁਸੀਂ ਚੰਗੇ ਇਹ ਜਿਹੜੇ ਸਿਸਟਮ ਨੂੰ ਸੁਧਾਰਨ 'ਚ ਕੰਮ ਕਰ ਰਹੀ ਹੈ ਸਾਡੀ ਪਾਰਟੀ ਕਾਂਗਰਸ ਦੀ, ਤੁਸੀਂ ਮੇਰੇ ਸਿਰ 'ਤੇ ਹੱਥ ਰੱਖੋਗੇ, ਮੈਨੂੰ ਤਗੜਾ ਰੱਖੋਗੇ ਕਿ ਮੈਂ ਆਪਣੀਆਂ ਬੱਚੀਆਂ ਆਪਣੇ ਇਲਾਕੇ ਦੇ ਲੋਕਾਂ ਦੀ ਕੰਮ ਕਰਾ ਸਕਾਂ, ਮੈਨੂੰ ਤਗੜਾ ਰੱਖੋਗੇ। ਇਹ ਮੈਨੂੰ ਉਮੀਦ ਸੀ ਤੁਹਾਡੇ ਤੋਂ। ਤੁਸੀਂ ਤਾਂ ਜਿਹੜੀ 5 ਸਾਲ 'ਚ ਮੈਂ ਤਾਕਤ ਸਗੋਂ ਬਣ ਕੇ ਇੱਥੇ ਨਿਕਲਣਾ ਸੀ, ਅੱਜ ਪੂਰੇ ਪੰਜਾਬ 'ਚ ਲੋਕਾਂ ਨੂੰ ਕਹਿਣਾ ਸੀ ਵੀ ਇਹ ਸਾਡੀ ਕੁੜੀ ਨੇ ਫੱਟੇ ਚੱਕ ਤੇ ਧੀ ਪੰਜਾਬ ਦੀ ਬਣ ਕੇ। ਅਸਲ 'ਚ ਧੀ ਪੰਜਾਬ ਦੀ ਕੀ ਹੈ ਵੀਰ ਜੀ, ਉਹ ਆਪਾਂ ਕੁਰਬਾਨ ਕਰਨ ਵਾਲੀ ਹੈ ਜੀ। ਅਸੀਂ ਨਿੱਜੀ ਗੱਲਾਂ ਤੋਂ, ਮਾਂ ਇੱਕ ਜੋ ਅਸਲੀ ਮਾਂ ਹੈ, ਅਸਲੀ ਭੈਣ ਹੈ, ਉਹ ਤਾਂ ਆਪਣੇ ਭਰਾਵਾਂ ਲਈ ਜਿਉਂਦੀ ਆ। ਮੈਂ ਤਾਂ ਉਸ ਸੋਚ ਨਾਲ ਲੱਗੀ ਹੋਈ ਸੀ। ਸੋ ਅੱਜ ਦੁੱਖ ਇਸ ਗੱਲ ਦਾ ਹੈ ਕਿ ਜਿਹੜੇ 5 ਸਾਲ 'ਚ ਲੋਕ ਮੇਰੇ ਨਾਲ ਪਰਸਨਲੀ ਲੋਕ ਬੰਦੇ ਤੁਹਾਡੇ ਨਾਲ ਜੁੜਦੇ ਆ। ਜਦੋਂ ਰੋਜ਼ ਮੇਰੇ ਘਰ 'ਚ ਲੋਕਾਂ ਨੇ ਆਉਣਾ, ਮੈਂ ਉਹਨਾਂ ਦੇ ਦੁੱਖ ਸੁੱਖ ਸੁਣਨੇ ਆ, ਦੁੱਖ ਸੁੱਖ 'ਚ ਜਾਣਾ, ਇਹੀ ਤਾਂ ਮੇਰਾ ਰਿਲੇਸ਼ਨ ਬਣਿਆ। ਮੈਂ ਹਰ ਇੱਕ ਨੂੰ ਨਿੱਜੀ ਤੌਰ 'ਤੇ ਮੇਰੇ ਨਾਲ, ਅੱਜ ਮੈਨੂੰ ਕੋਈ ਲੀਡਰ ਦੀ ਲੋੜ ਨਹੀਂ ਸੀ ਪੈਂਦੀ ਪਿੰਡ 'ਚ। ਜੇ ਸਰਪੰਚ ਦਾ ਮੈਨੂੰ ਪਤਾ ਸਿਆਸੀ ਹੁੰਦੇ ਆ ਜਾਂ ਕੋਈ ਹੋਰ ਲੀਡਰ ਸਿਆਸੀ ਹੁੰਦੇ ਆ, ਅਤੇ ਮੇਰੇ ਨਾਲ ਤਾਂ ਨਿੱਜੀ ਲੋਕ, ਮੇਰਾ ਫੇਸਬੁੱਕ 'ਤੇ ਨੰਬਰ ਹੈ, ਸਿੱਧਾ ਮੈਨੂੰ ਫੋਨ ਕਰਦੇ ਸੀ, ਭੈਣ ਜੀ ਮੈਂ ਮੁਸੀਬਤ 'ਚ। ਮੈਂ ਕਿਹਾ ਚੰਗਾ ਵੀਰੇ, ਮੈਂ ਆਉਂਦੀ ਹਾਂ, ਨਾਲੇ ਚਾਹ ਪੀ ਕੇ ਜਾਂਦੀ ਹਾਂ, ਨਾਲੇ ਉਹਦਾ ਕੰਮ। ਮੈਂ ਤਾਂ ਇਸ ਨੂੰ ਇਸ ਤਰ੍ਹਾਂ ਕੀਤਾ, ਇਸ ਕਰਕੇ ਮੈਨੂੰ ਲੋਕ ਪਿਆਰ ਕਰਨ ਲੱਗ ਗਏ। ਇੱਕ ਤੁਹਾਡੀ ਗੱਲ ਦੇ ਵਿੱਚ ਨਿਕਲ ਕੇ ਵੀ ਸ਼੍ਰੋਮਣੀ ਅਕਾਲੀ ਦਲ ਆਪਣੇ ਮਫਾਦ ਸਾਧਣ ਲਈ ਕਾਂਗਰਸ ਵਿੱਚ ਆਪਣੇ ਬੰਦੇ ਪ੍ਰੈਜ਼ੈਂਟ ਕਰ ਜਾਂਦਾ। ਹੁਣ ਵੱਡਾ ਕਾਰਨ ਇਹ ਬਣਿਆ ਕਿ ਬੀਬੀ ਰਜਿੰਦਰ ਕੌਰ ਭੱਠਲ ਦਾ ਜਵਾਈ ਹੋਣਾ ਉਹਦੇ ਕੰਮ ਆ ਗਿਆ। ਬਿਲਕੁਲ ਜੀ, ਹੁਣ ਮੇਰੀ ਕੋਈ ਸੱਸ ਤਾਂ ਹੈ ਨਹੀਂ ਐਕਸ ਸੀ ਐਮ, ਮੈਂ ਤਾਂ ਆਪਣੀ ਮਿਹਨਤ ਨਾਲ ਇੱਥੇ ਅੱਗੇ ਆਈ ਹਾਂ। ਅਸੀਂ ਤਾਂ ਇੱਕ ਆਮ ਪਰਿਵਾਰ, ਕਿਸਾਨੀ ਪਰਿਵਾਰ ਸਾਡਾ ਹੈਗਾ ਇੱਥੇ, ਪਰ ਅਮਰੀਕਾ 'ਚ ਸਾਡਾ ਬਿਜ਼ਨਸ ਹੈ ਜੀ, ਸਾਰਾ ਕੁਛ ਹੈ। ਅਸੀਂ ਕੋਈ ਇੱਥੇ ਠੱਗਣ ਥੋੜ੍ਹੀ ਲੋਕਾਂ ਨੂੰ ਮੈਂ ਆਈ ਸੀ, ਠੀਕ ਹੈ ਜੀ। ਲੱਖ ਜਿਹੜੀ ਓਪੋਜੀਸ਼ਨ ਹੈ, ਉਹਨਾਂ ਨੇ ਬਹੁਤ ਜ਼ੋਰ ਲਾਇਆ ਬੇਟੀ ਨੂੰ ਭਜਾਉਣ 'ਚ। 6 ਸਾਲ ਤੋਂ ਜ਼ੋਰ ਲੱਗ ਰਿਹਾ, 6 ਸਾਲ ਤੋਂ ਤੁਹਾਡੀ ਇਹ ਭੈਣ ਇੱਥੇ ਲੜ ਰਹੀ ਹੈ ਬੈਠ ਕੇ ਕਿ ਕੋਈ ਗੱਲ ਨਹੀਂ, ਇਹੀ ਸਿਸਟਮ ਹੈ, ਮੈਂ ਪਿਆਰ ਨਾਲ ਆਪਣੇ ਲੋਕਾਂ ਨੂੰ ਆਪਣੇ ਨਾਲ ਜੋੜਨਾ ਹੈ। ਉਹਨਾਂ ਨੂੰ ਪਤਾ ਲੱਗ ਜੂਗਾ ਕਿ ਬੇਟੀ ਦੀ ਜਿਹੜੀ ਨੀਤ ਹੈ ਉਹ ਸਾਫ਼ ਹੈ, ਕਿਉਂਕਿ ਟਾਈਮ ਨਾਲ ਹੀ ਤਾਂ ਪਤਾ ਲੱਗਦਾ। ਕਿਵੇਂ ਪਤਾ ਲੱਗੂਗਾ? ਹਰ ਬੰਦੇ ਨੂੰ ਲੱਗਦਾ ਕਿ ਇਹ ਤਾਂ ਗੱਲਾਂ ਮਾਰ ਰਿਹਾ, ਟਾਈਮ ਹੀ ਦੱਸਦਾ ਹੈ। ਅੱਜ ਮੇਰਾ 6 ਸਾਲ ਦਾ ਭਵਿੱਖ ਤੁਸੀਂ ਪਿਛਲਾ ਦੇਖੋ ਕਿ ਬਿੱਟੀ ਨੇ ਕਿਸ ਤਰ੍ਹਾਂ ਕਿਹੜੇ ਕਿਹੜੇ ਘਰੇ ਜਾ ਕੇ ਉਹਦੀ ਮਦਦ ਕੀਤੀ, ਔਰ ਮੇਰਾ 20 ਸਾਲ ਦਾ ਜਿਹੜਾ ਸਿੰਗਿੰਗ ਕਰੀਅਰ ਦੇਖ ਲਓ, ਮੈਂ ਹਾਕੀ ਖੇਡੀ, ਮੈਂ ਪੜ੍ਹਾਈ ਕੀਤੀ, ਮਤਲਬ ਮੈਂ ਮਿਹਨਤ ਨਾਲ ਆਪਣੀ ਜ਼ਿੰਦਗੀ ਨੂੰ ਅੱਗੇ ਲੈ ਕੇ ਆਈ ਹਾਂ। ਅਤੇ ਇਹ ਜਿਹੜੀ ਸਿਆਸਤ ਹੈ ਹੋਰ ਤਰ੍ਹਾਂ ਚੱਲਦੀ ਹੈ। ਇਹ ਤਾਂ ਲੱਗਦਾ ਵੀ ਮੈਂ ਦੂਜੇ ਨੂੰ ਫਾਇਦਾ ਦਿਵਾਉਣਾ। ਅੱਜ ਅਕਾਲੀ ਦਲ ਤਾਂ ਕੱਛਾ ਵਜਾਉਂਦਾ ਫਿਰਦਾ, ਉਹ ਤਾਂ ਖੁਦ ਕਹਿ ਰਹੇ ਨੇ ਵੀ ਕੁੜੀ ਕੰਮ ਵਧੀਆ ਕਰਦੀ ਸੀ, ਹੈ ਜੀ, ਸੀਟ ਸੌਖੀ ਹੋ ਗਈ। ਹੁਣ ਜਿਹੜਾ ਬੰਦਾ 10 ਸਾਲ ਤੋਂ ਇੱਕ ਐ ਹੋ ਜਾਂਦਾ ਜੀ, ਬੱਚਿਆਂ ਦੀਆਂ ਸ਼ਕਲਾਂ ਬਦਲ ਜਾਂਦੀਆਂ ਨੇ। ਤੁਸੀਂ ਅੱਜ ਕੀ ਚਾਹੁੰਦੇ ਹੋ ਕਿ ਸਿਆਸਤ ਬਦਲੇ ਨਾ? ਸਿਆਸਤ ਸਿਰਫ ਆਪਾਂ ਇਹ ਲੁੱਟਾਂ ਖੋਹਾਂ ਲਈ ਜਾਂ ਮੈਂ ਜਿੱਤ ਜਾਂ ਨਿੱਜੀ ਰੱਖੀਏ? ਕਿਤੇ ਇੱਦਾਂ ਦਾ ਤਾਂ ਨਹੀਂ ਕਾਰਨ ਬਣਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ 'ਚ ਤੁਸੀਂ ਗਿਣੇ ਗਏ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਹੋ ਸਕਦੀ? ਦੇਖੋ,
ਕੈਪਟਨ ਸਾਹਿਬ ਨੇ ਤਾਂ ਬਹੁਤ ਵਧੀਆ ਤਰੀਕੇ ਨਾਲ ਇਸ ਧੀ ਦੇ ਸਿਰ ਤੇ ਹੱਥ ਰੱਖਿਆ ਸੀ, ਮੈਨੂੰ ਲੜਾਇਆ ਡਟ ਕੇ। ਉਦੋਂ ਵੀ ਇਹ ਸਾਰੇ ਕਾਂਗਰਸੀ ਕਹਿੰਦੇ ਸੀ ਵੀ ਇਹ ਨਵਾਂ ਬੰਦਾ ਕਿਵੇਂ ਵੜਤਾ, ਪਰ ਉਹਨਾਂ ਨੇ ਮੈਨੂੰ ਲੜਾਇਆ, ਇਸ ਧੀ ਨੂੰ ਤਾਕਤ ਦਿੱਤੀ ਕਿ ਲੜ ਆਪਣੇ ਲੋਕਾਂ ਲਈ, ਧੀਆਂ ਨੂੰ ਅੱਗੇ ਲੈ ਕੇ ਆਉਂਦਾ ਸੀ। ਔਰ ਪਰ ਮੈਨੂੰ ਹੁਣ ਉਮੀਦ ਸੀ ਕਿ ਰਾਹੁਲ ਗਾਂਧੀ ਜੀ ਨੂੰ ਇਹ ਚੀਜ਼ ਦੀ, ਪ੍ਰਿਯੰਕਾ ਜੀ ਵੀ ਨਾਅਰਾ ਦੇ ਰਹੇ ਨੇ, ਇਹ ਇਸ ਚੀਜ਼ ਨੂੰ ਸਮਝਣਗੇ ਕਿ ਇਹ ਲੜਕੀ ਉਰੇ ਕਿਉਂ ਬੈਠੀ ਹੈ। ਮੇਰਾ 2.5 ਸਾਲ ਦਾ ਬੱਚਾ ਸੀ ਜਦੋਂ ਮੈਂ ਪਿਛਲੀ ਇਲੈਕਸ਼ਨ ਲੜੀ ਹੈ। ਬਾਕੀ ਮੈਨੂੰ ਤਾਂ ਖੁਦ ਇਹ ਆਪ ਕਹਿੰਦੇ ਝਾਂਸੀ ਦੀ ਰਾਣੀ, ਹੁਣ ਉੱਥੇ ਕੀ ਗੱਲਾਂ ਬਾਤਾਂ ਹੋਈਆਂ, ਕਿਉਂ ਇਹ ਚੀਜ਼ਾਂ 'ਚ ਮਤਲਬ ਇਹ ਮਾਰ ਪਈ ਹੈ। ਔਰ ਮੈਂ ਤਾਂ ਕੁੜੀਆਂ ਨਾਲ ਧੱਕਾ ਸਮਝਦੀ ਹਾਂ। ਕਦੋਂ ਅਹਿਸਾਸ ਹੋਇਆ, ਕਦੋਂ ਪਤਾ ਲੱਗਾ ਵੀ ਤੁਹਾਡੀ ਟਿਕਟ ਜਿਹੜੀ ਆ ਉਹ ਤੁਹਾਡੇ ਹੱਥੋਂ ਨਿਕਲਦੀ ਜਾ ਰਹੀ? ਦੇਖੋ, ਸਾਨੂੰ ਰੈਲੀ ਦਿੱਤੀ ਗਈ, ਅਸੀਂ ਆਪਣੇ ਆਪ ਨੂੰ ਪ੍ਰੂਵ ਕਰਨ ਲਈ ਭਾਵੇਂ ਲੱਖ ਸਾਡੇ ਸਿਆਸੀ ਬੰਦੇ ਵਿਰੋਧ ਇਹ ਤਰੀਕਾ ਜਾਣ ਕੇ ਵਿਰੋਧ ਕਰੀ ਚੱਲੋ। ਮੈਨੂੰ ਲੱਗਦਾ ਸੀਗਾ ਠੀਕ ਹੈ, ਕੋਈ ਗੱਲ ਨਹੀਂ, ਮੈਂ ਇਹਨਾਂ ਨੂੰ ਵੀ ਪਿਆਰ ਨਾਲ ਹੌਲੀ ਹੌਲੀ ਇਹਨਾਂ ਨੂੰ ਸਮਝ ਆਏਗੀ ਕਿ ਸਾਡੇ ਨਾਲ ਚੱਲਣਗੇ। ਅੱਜ ਮੈਨੂੰ ਮਿਲ ਰਹੇ ਆ, ਸਾਰੇ ਗੱਲ ਕਰ ਰਹੇ ਆ ਕਿ ਉਹਨਾਂ ਨੂੰ ਅੱਜ ਅਫਸੋਸ ਹੋ ਰਿਹਾ ਕਿ ਅਸੀਂ ਕਿਉਂ ਇਸ ਕੁੜੀ ਦਾ ਵਿਰੋਧ ਕਰਦੇ ਰਹੇ। ਔਰ ਉਹ ਰੈਲੀ ਮੇਰੇ ਲਈ ਇੱਕ ਚੈਲੰਜ ਸੀ। ਮੈਂ ਵੀ ਸੋਚਦੀ ਸੀ ਵੀ ਲੋਕਾਂ ਨੂੰ ਜੇ ਮੇਰੇ ਨਾਲ ਪਿਆਰ ਹੋਊਗਾ ਲੋਕ ਆਉਣਗੇ, ਮੇਰਾ ਵੀ ਇੱਕ ਟੈਸਟ ਹੈ। ਮੈਂ ਰੈਲੀ ਮੈਨੂੰ ਮਿਲੀ ਔਰ ਡਟ ਕੇ ਤੁਹਾਡੀ ਇਕੱਲੀ ਨੇ ਇਸ ਭੈਣ ਨੇ, ਮੈਂ ਕਹਿੰਦੀ ਹਾਂ ਮੈਨੂੰ 3 ਦਿਨ ਸੀਗੇ ਰੈਲੀ ਕਰਨ 'ਚ ਜੀ, 3 ਦਿਨ ਮੈਂ ਫੋਨ ਕੀਤੇ ਆਪਣੇ ਲੋਕਾਂ ਨੂੰ ਔਰ ਉੱਥੇ 10,000 ਬੰਦਾ ਪਹੁੰਚਿਆ ਔਰ ਮੇਰੀਆਂ ਭੈਣਾਂ ਇੰਨੀਆਂ ਰੈਲੀ ਨੂੰ ਕਿਵੇਂ ਸੰਬੋਧਨ ਕੀਤਾ? ਰੈਲੀ 'ਤੇ ਸਾਡੇ ਮੈਡਮ ਡਸੂਜਾ ਸੀ, ਜਿਹੜੇ ਮਹਿਲਾ ਦੇ ਸਾਡੇ ਪ੍ਰਧਾਨ ਨੇ ਜੀ ਪੂਰੇ ਇੰਡੀਆ ਦੇ। ਮੈਂ ਉਹਨਾਂ ਨੂੰ ਜਾ ਕੇ ਗੱਲਾਂ ਦੱਸੀਆਂ 2-3 ਵਾਰ ਵੀ ਮੈਡਮ। ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਨਾਲ ਕਦੀ ਇਸ ਬਾਬਤ ਨਹੀਂ ਗੱਲ? ਨਵਜੋਤ ਸਿੰਘ ਸਿੱਧੂ ਜੀ ਨੇ ਮੈਨੂੰ ਆਪ ਕਿਹਾ ਵੀ ਹਾਂ ਮੈਂ ਆਊਂਗਾ, ਉਹ ਆ ਕੇ ਗਏ ਸਾਡੀ ਰੈਲੀ ਤੇ, ਅੱਖੀ ਦੇਖੇ ਉਹਨਾਂ ਨੇ, ਇਹ ਵੀ ਹੱਥ ਖੜੇ ਕਰਾਏ। ਕਿੰਨੇ ਸਰਪੰਚ ਬੈਠੇ ਆ ਬਈ, ਸਰਪੰਚ ਵੀ ਬੈਠੇ ਦਿਖਾਏ ਹੈ ਜੀ, ਕਿੰਨੀ ਦੁਨੀਆ ਭਾਈ ਚਾਹੁੰਦੀ ਆ, ਹੱਥ ਖੜੇ ਕਰਾ ਕੇ ਲੋਕਾਂ ਨੇ ਮੇਰਾ ਸਮਰਥਨ ਕੀਤਾ। ਉਸ ਰੈਲੀ ਤੋਂ ਬਾਅਦ ਤਾਂ ਇਹ ਹੋਰ ਅਕਾਲੀ ਦਲ ਨੂੰ ਬਿਪਤਾ ਪੈ ਗਈ ਕਿ ਹੁਣ ਕੀ ਕਰੀਏ। ਫਿਰ ਇਹਨਾਂ ਨੇ ਕਿਸ ਤਰ੍ਹਾਂ ਇਹ ਸਿਸਟਮ ਚਲਾ ਕੇ ਵੀ ਇਸ ਕੁੜੀ ਨੂੰ ਹੁਣ ਰੋਕਣਾ ਬਹੁਤ ਜ਼ਰੂਰੀ ਹੈ। ਪਰ ਮੈਂ ਪਰਮਾਤਮਾ ਨੂੰ ਮੰਨਦੀ ਹਾਂ, ਮੈਂ ਕਿਹਾ ਭਾਈ ਤੁਸੀਂ ਤਾਂ ਫੇਰ ਬੰਦੇ ਹੀ ਹੋ, ਹੈ ਤਾਂ ਤੁਸੀਂ ਬੰਦੇ ਹੀ ਹੋ, ਚਲਾ ਲਓ ਚੰਮਦੀਆਂ, ਪਰ ਉਹਦੀ ਲਾਠੀ 'ਚ ਆਵਾਜ਼ ਨਹੀਂ ਹੁੰਦੀ। ਟਾਈਮ ਤਾਂ ਸਭ ਨੂੰ ਮਿਲਦਾ, ਜੇ ਤਾਕਤ ਮੇਰੇ ਹੱਥ 'ਚ ਆਣੀ ਹੈ, ਮੇਰੇ ਕਰਮਾਂ 'ਚ ਆਉਣੀ ਹੈ, ਮੇਰੇ ਲੋਕਾਂ ਵਾਸਤੇ ਮੈਂ ਕਰਨ ਜੋਗੇ ਰੱਬ ਮੈਨੂੰ ਕਰੂਗਾ, ਮੈਨੂੰ ਪੂਰਾ ਉੱਤੇ ਯਕੀਨ ਹੈ। ਲੰਬਾ ਸਮਾਂ ਤੁਹਾਡਾ ਇਸ ਤੱਕ ਲਗਭਗ 6 ਸਾਲ ਦਾ ਜਿਹੜਾ ਲੋਕਾਂ ਦੇ ਨਾਲ ਮਿਲਵਰਤਨ ਰਿਹਾ, ਲੋਕਾਂ ਨਾਲ ਟੱਚ ਰਿਹਾ। ਸਤਵਿੰਦਰ ਕੌਰ ਹੁਣ ਇਹ ਕਾਂਗਰਸ ਦੀ ਜੋ ਟਿਕਟ ਕੱਟੀ ਜਾਂਦੀ, ਨਿਰਾਸ਼ ਹੋ ਕੇ ਘਰ ਬਹਿ ਜਾਣਗੇ ਕਿ ਜਾਂ ਆਉਣ ਵਾਲੇ ਸਮੇਂ 'ਚ ਲੋਕਾਂ ਦੇ ਨਾਲ ਰਲ ਕੇ ਕੋਈ ਫੈਸਲਾ ਲੈਣ? ਦੇਖੋ, ਮੈਂ ਨਿਰਾਸ਼ ਹੋਣਾ ਮੈਨੂੰ ਆਉਂਦਾ ਨਹੀਂ ਵੀਰ ਜੀ। ਆਪਾਂ ਗੁਰੂ ਦੇ ਸਿੰਘ ਆ, ਆਪਾਂ ਪੰਜਾਬੀ ਬੰਦੇ ਆ, ਮੈਂ ਤਾਂ ਫਿਰ ਇਤਿਹਾਸ ਪੜ੍ਹਦੀ ਰਹੀ ਹਾਂ, ਜਗਾਉਂਦੀ ਰਹੀ ਹਾਂ। ਜਿਹੜਾ ਬੰਦਾ 40 ਦਿਨ ਗੁਰਦੁਆਰੇ ਜਾਉਂਦਾ ਨਾ, ਉਹਦੀ ਸੋਚ ਬਦਲ ਜਾਂਦੀ ਹੈ। ਅਤੇ ਜਿਹਨੇ 5 ਸਾਲ ਦੀ ਸੀ ਮੈਂ, ਜਦ ਦੀ ਮੈਂ ਧਾਰਮਿਕ ਗੀਤ ਗਾ ਰਹੀ ਹਾਂ, ਹੈ ਜੀ, ਉਦੋਂ ਕਿਹੜਾ ਮੈਨੂੰ ਪਤਾ ਸੀ ਕਿ ਮੈਂ ਆਹ ਰਾਹਾਂ 'ਤੇ ਵੀ ਤੁਰਨਾ। ਅਗਲਾ ਕਹਿੰਦਾ ਮੈਂ ਕੋਈ ਸਿਆਸਤ ਨਹੀਂ ਕਰਦੀ। ਜਿਹੜੇ ਲੋਕ ਸਹੀ ਨੇ, ਬੰਦਾ ਪਛਾਣਨਾ ਜਾਣਦੇ, ਉਹ ਮਿੱਟੀ ਨੂੰ ਪਛਾਣਨਗੇ। ਅੱਜ ਮੈਂ ਤਾਂ ਲੜਾਈ ਲੜ ਰਹੀ ਹਾਂ ਆਪਣੇ ਲੋਕਾਂ ਲਈ। ਮੇਰੇ ਜੀਵਨ 'ਚ ਜੋ ਵੀ ਮੈਦਾਨ ਆਊਗਾ ਮੈਂ ਤਾਂ ਡਟ ਕੇ ਲੜਨਾ। ਮਾਈ ਭਾਗੋ ਨੇ ਮਿਹਣਾ ਮਾਰਿਆ ਸੀ, ਜਾਓ ਭਾਜੋ, ਕਹਿੰਦੇ ਤੁਸੀਂ, ਹੈ ਜੀ, ਮੈਂ ਤਾਂ ਉਹ 12 ਗਈਆਂ ਬੈਠੀ ਹਾਂ। ਮੈਂ ਰਸਤੇ ਦੀ ਉਡੀਕ ਕਰ ਰਹੀ ਹਾਂ, ਰਸਤਾ ਪਰਮਾਤਮਾ ਦਿਖਾਉਂਦੇ ਆ। ਜੋ ਰਸਤਾ ਮਿਲੂਗਾ, ਜੇ ਤਾਕਤ ਪਰਮਾਤਮਾ ਮੈਨੂੰ ਦੇਣਗੇ, ਉਹ ਸਹੀ ਤਰੀਕੇ ਨਾਲ ਮੈਂ ਆਪਣੇ ਪੰਜਾਬ ਦੀ ਇੱਕ ਧੀ ਬਣ ਕੇ, ਮੈਂ ਆਪਣੇ ਭਰਾਵਾਂ ਦੀ ਭੈਣ ਬਣ ਕੇ ਮੈਂ ਸਿਸਟਮ ਦੇ ਖਿਲਾਫ ਲੜਦੀ ਹਾਂ। ਉਹਨੇ ਪੰਜਾਬ ਨੂੰ ਤਾਂ ਇਹੀ ਤਾਂ ਸਾਰਾ ਸਿਸਟਮ ਹੁਣ 20 ਸਾਲ ਦਾ ਇੱਥੇ ਕਾਬਜ਼ ਆ ਅਕਾਲੀ ਦਲ ਜੀ। ਉਹਨੇ ਤਾਂ ਕੋਈ ਆਪਣਾ ਬਣਾ ਕੇ ਰੱਖਣਾ। ਉਹ ਤਾਂ ਕਹਿੰਦੇ ਅਸੀਂ ਆਪਣੀ ਰਾਜਨੀਤੀ ਅਗਲੇ ਨੇ ਕਰਨੀ ਹੈ, ਮਾੜੇ ਪਲੇਅਰ ਤੁਹਾਡੇ ਅੱਗੇ ਖੜੇ ਕਰਤੇ। ਕਿਉਂਕਿ ਛੋਟੀ ਇਲੈਕਸ਼ਨ ਵੀ ਇੱਕ ਹੋਈ ਸੀ, ਸਾਡੇ ਇੱਕ ਬੰਦੇ ਬੁੱਧਰਾਮ ਜੀ ਸੀ, ਅੱਜ ਉਹ ਇੰਨੇ ਵਧੀਆ ਬੰਦੇ ਸੀ ਜੀ, ਉਹ 450 ਵੋਟ 'ਤੇ ਇੱਕ ਕੌਂਸਲਰ ਦੀ ਇਲੈਕਸ਼ਨ ਜਿੱਤੇ ਸੀ। ਉਦੋਂ ਜਦੋਂ ਉਹਨਾਂ ਦੀ ਡੈਥ ਹੋ ਗਈ, ਮੈਂ ਜਾ ਕੇ ਪਾਰਟੀ ਨੂੰ ਇੱਕ ਬੰਦਾ ਦਾ ਰਿਕਮੈਂਡੇਸ਼ਨ ਦਿੱਤੀ ਕਿ ਵੀ ਸਾਰੇ ਇਹ ਜਿਹੜਾ ਬੰਦਾ ਹੈ ਲੋਕਾਂ ਨੇ ਮੈਨੂੰ ਦਿੱਤਾ ਕਿ ਇਹਨੂੰ ਸਾਡਾ ਬਣਾ ਦਿਓ ਜੀ, ਇਹਨੂੰ ਟਿਕਟ ਦੇ ਦਿਓ, ਅਸੀਂ ਇਹਨੂੰ ਜਿਤਾ ਦਾਂਗੇ। ਠੀਕ ਹੈ ਜੀ। ਸਾਹਨੇਵਾਲ ਸਾਡੀ ਇੱਕ ਸੀਟ ਦੀ ਮੈਂ ਗੱਲ ਤੁਹਾਨੂੰ ਸੁਣਾਉਂਦੀ ਹਾਂ। ਉੱਥੇ ਵੀ ਜਾਖੜ ਸਾਹਿਬ ਹੋਰ ਵੱਡੇ ਲੀਡਰ, ਮੈਂ ਬੜਾ ਰੌਲਾ ਪਾਇਆ ਵੀ ਆਹ ਤੁਸੀਂ ਜਿਹਨੂੰ ਟਿਕਟ ਦੇਤੀ ਇਹਨੇ ਹਾਰ ਜਾਣਾ। ਉਹ ਕਿਸੇ ਅਕਾਲੀ ਦਲ ਨਾਲ ਰਲਿਆ ਹੋਇਆ ਬੰਦਾ ਸੀ, ਜਿਹਦੇ ਕਹਿਣ 'ਤੇ ਉਹ ਉਸ ਬੰਦੇ ਨੂੰ ਉੱਥੇ ਅਕਾਲੀ ਦਲ ਜਿਤਾਤਾ। ਫਿਰ ਮੈਨੂੰ ਫੋਨ ਮਾਰਨ ਤੂੰ ਆ, ਮੈਂ ਕਿਹਾ ਮੈਂ ਕਿਸੇ ਝੂਠੇ ਬੰਦੇ ਦੇ ਪਿੱਛੇ ਨਹੀਂ ਖੜਨਾ, ਮੈਂ ਆਪਣੇ ਲੋਕਾਂ ਨੂੰ ਗੁੰਮਰਾਹ ਨਹੀਂ ਕਰਨਾ। ਉਦੋਂ ਵੀ ਮੈਂ ਕਿਹਾ ਸੀ ਪਾਰਟੀ ਦਾ ਨੁਕਸਾਨ ਤੁਸੀਂ ਕਿਉਂ ਕਰ ਰਹੇ ਹੋ? ਕਾਂਗਰਸ ਤੁਸੀਂ ਇਹ ਸ਼ੋਅ ਕਰਦਾ ਵੀ ਕਾਂਗਰਸ ਆ ਰਹੀ ਹੈ, ਤੁਸੀਂ ਤਾਂ ਬੰਦਾ ਹੀ ਮਾੜਾ ਦਿੱਤਾ ਜਿਹਨੂੰ 80 ਵੋਟਾਂ ਪਈਆਂ। ਉਹੀ ਸਟ੍ਰੈਟੇਜੀ 'ਤੇ ਅਕਾਲੀ ਦਲ ਚੱਲ ਰਿਹਾ ਹੈ। ਅੱਜ ਉਹਨੂੰ ਲੱਗਦਾ ਸੀ ਵੀ ਹੁਣ ਮੈਂ ਸੌਖਾ ਜਿੱਤਣਾ, ਮੈਂ ਕੀ ਸੁੱਟਾਂ, ਕਿਹਦੇ ਅੱਗੇ ਸੁੱਟਾਂ, ਔਰ ਕਿਹਦੇ ਅੱਗੇ ਉਹਨੇ ਸੁੱਟਿਆ ਹੋਣਾ ਕਿ ਮਰਜ਼ੀ ਦੇ ਜਿਹੜੇ ਕੈਂਡੀਡੇਟ ਉਹ ਆਪਣੇ ਸਾਹਮਣੇ ਉਹਨੇ ਖੜੇ ਕਰ ਲਿਆ। ਭਾਵੇਂ ਦੋਵਾਂ ਪਾਰਟੀਆਂ ਨੇ, ਮੈਂ ਤਾਂ ਤੁਹਾਨੂੰ ਇਹ ਕਹਿਣੀ ਚਾਹੂੰਗੀ ਅੱਜ ਅਕਾਲੀ ਦਲ ਆਪਣੇ ਤਰੀਕੇ ਨਾਲ ਰਾਜਨੀਤੀ ਕਰ ਰਿਹਾ, ਉਹ ਚਾਹੁੰਦਾ ਮੈਂ ਇੱਥੇ ਕਾਬਜ਼ ਰਹਾਂ, ਅਤੇ ਮੈਂ ਇਹਦਾ ਡਟ ਕੇ ਵਿਰੋਧ ਕਰਦੀ ਹਾਂ। ਕੈਂਡੀਡੇਟ ਸਹੀ ਹੋਣੇ ਚਾਹੀਦੇ ਆ।
ਫੈਸਲੇ ਲੋਕਾਂ ਦੇ ਹੋਣੇ ਚਾਹੀਦੇ ਹੈ ਨਾ ਜੀ। ਲੋਕਾਂ ਨੇ ਸਤਵਿੰਦਰ ਜੀ, ਜਿਵੇਂ ਹੁਣ ਪਹਿਲਾਂ ਤਾਂ ਅਸੀਂ ਅਕਾਲੀ ਆ ਗਿਆ, ਕਾਂਗਰਸੀ ਆ ਗਿਆ, ਅਕਾਲੀ ਆ ਗਿਆ, ਹੁਣ ਪਲੇਟਫਾਰਮ ਨਵੇਂ ਆ ਗਏ ਨੇ ਜਿਨ੍ਹਾਂ ਵਿੱਚ ਕਿਸਾਨ ਜਥੇਬੰਦੀਆਂ ਵੀ ਆ ਗਈਆਂ, ਆਮ ਆਦਮੀ ਪਾਰਟੀ ਵੀ ਆ ਗਈ ਆ, ਤੇ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਨਾਲ ਇੱਕ ਗਰੁੱਪ ਬਣਾ ਕੇ ਆ ਗਏ। ਕੀ ਕਿਸੇ ਗਰੁੱਪ ਨੇ, ਕਿਸੇ ਪਾਰਟੀ ਨੇ, ਕਿਸੇ ਧੜੇ ਨੇ ਤੁਹਾਡੇ ਨਾਲ ਸੰਪਰਕ ਕੀਤਾ ਵੀ ਅਗਲੀ ਇਲੈਕਸ਼ਨ ਜਿਹੜੀ ਸਾਡੇ ਵੱਲੋਂ ਲੜੋ? ਪਤਾ ਕਿ ਇੰਨੀ ਛੇਤੀ ਚੀਜ਼ਾਂ ਦੇ ਫੈਸਲੇ ਬੜੇ ਔਖੇ ਹੁੰਦੇ ਆ। ਇੱਕ 75 ਸਾਲ ਤੋਂ ਮੈਂ ਤੁਹਾਨੂੰ ਦੱਸ ਰਹੀ ਹਾਂ, ਇੱਕ ਪਰਿਵਾਰ ਇੱਕ ਆਈਡੀਓਲੋਜੀ 'ਤੇ ਚੱਲ ਰਿਹਾ। ਤੁਸੀਂ ਇਹ ਦੇਖੋ ਨਾ, ਆਪਾਂ ਪੰਜਾਬੀ ਬੰਦੇ ਹਾਂ ਹੈ ਜੀ। ਮੈਂ ਆਪਣੀ ਪਾਰਟੀ ਨੂੰ ਬਾਰ-ਬਾਰ ਪ੍ਰੈਸ ਰਾਹੀਂ ਕਹਿਣਾ ਚਾਹ ਰਹੀ ਹਾਂ, ਕਿਉਂਕਿ ਸੋਨੀਆ ਜੀ ਤਾਂ ਮਿਲਦੇ ਹੀ ਨਹੀਂ ਹੈ ਸਾਨੂੰ, ਮੈਂ ਕਦੇ ਉਹਨਾਂ ਨੂੰ ਮਿਲੀ ਨਹੀਂ, ਨਾ ਪ੍ਰਿਯੰਕਾ ਜੀ ਮਿਲਦੇ ਆ, ਨਾ ਰਾਹੁਲ ਜੀ ਮਿਲਦੇ ਆ। ਇਹ ਤਾਂ ਲੀਡਰਾਂ ਨੂੰ ਉੱਪਰ ਵਾਲੇ ਜਿਹੜੇ ਉਹਨਾਂ ਨੇ ਦੱਸਣਾ ਹੁੰਦਾ ਹੈ। ਜਿਹੜੇ ਸਾਡੇ ਪੰਜਾਬ ਦੇ ਲੀਡਰ ਹੈ ਜੀ, ਜਾਂ ਕੋਈ ਇੰਚਾਰਜ ਬਣ ਕੇ ਆਉਂਦਾ, ਉਹਨੂੰ ਵੀ ਪੰਜਾਬ ਦਾ ਕੀ ਪਤਾ। ਜਿਹਨੂੰ ਪੰਜਾਬ ਕਮਾਂਡ ਸਾਂਭ ਰਿਹਾ ਹੈ, ਸਾਡੇ ਪ੍ਰਧਾਨ ਜੀ ਨੇ ਦੱਸਣਾ ਸੀ, ਸਾਡੇ ਮੁੱਖ ਮੰਤਰੀ ਨੇ ਦੱਸਣਾ ਸੀ। ਬਾਕੀ ਜਿੰਨੀ ਲੀਡਰਸ਼ਿਪ ਹੈ, ਕਿ ਉਹਨਾਂ ਦੀ ਸਲਾਹ, ਉਹ ਸਲਾਹ ਨਹੀਂ ਦਿੰਦੇ ਵੀ ਪੰਜਾਬ 'ਚ ਕੀ ਹੋਣਾ ਚਾਹੀਦਾ, ਪਾਰਟੀ ਕਿਵੇਂ ਤਗੜੀ ਰਹੂਗੀ। ਜੇ ਮੈਂ ਕਹਿੰਦੀ ਹਾਂ ਫੰਡ ਦੀ ਵੀ ਲੋੜ ਹੁੰਦੀ ਹੈ, ਮੈਂ ਤਾਂ ਕਹਿੰਦੀ ਸਾਰੇ ਆਪਣੇ ਜਿਨ੍ਹਾਂ ਨੇ ਲੜਨਾ ਉਹਨਾਂ ਨੂੰ ਕਹਿ ਦਿੰਦੇ ਵੀ ਭਾਈ ਸਾਨੂੰ ਫੰਡਿੰਗ ਦੀ ਲੋੜ ਹੈ, ਪਾਰਟੀ ਨੇ ਜੰਗ ਲੜਨੀ ਹੈ। ਅਸੀਂ ਤਾਂ ਵੈਸੇ ਹੀ NRI ਭਰੇ ਆਉਂਦੇ ਜਾ ਕੇ ਵੀ ਚੱਕੋ ਬਈ ਜੰਗ 'ਚ ਸਾਡੀ ਪਾਰਟੀ ਨੂੰ ਲੋੜ ਹੈ ਪੈਸਾ। ਇਹ ਤਰੀਕਾ ਤਾਂ ਹੋਵੇ ਨਾ ਕੋਈ ਕੰਮ ਕਰਨ ਦਾ। ਇੱਕ ਲੋਕਾਂ ਦੇ ਤੁਸੀਂ ਡਾਕਾ ਹੀ ਮਾਰਤਾ, ਇੱਕ ਚੀਜ਼ ਨੂੰ ਸਟਾਪ ਹੀ ਕਰਤਾ। ਇੱਕ ਲੜਕੀ ਮੈਂ ਚਾਹੁੰਦੀ ਸੀ ਕਿ ਪੰਜਾਬ ਦੀ ਸਿਆਸਤ 'ਚ ਇੱਕ ਚੇਂਜ ਲਿਆ ਦਾ, ਕੁੜੀਆਂ ਆਉਣ ਲੱਗ ਜਾਣ ਸਿਆਸਤ 'ਚ, ਉਹ ਸਰਪੰਚ ਬਣਨ, ਪੰਚ ਬਣਨ। ਇਹ ਤਾਂ ਤੁਸੀਂ ਸਾਨੂੰ ਸੁਪਨੇ ਦਿਖਾਏ ਹੈ ਕਿ ਤੁਸੀਂ ਮਿਹਨਤ ਕਰੋ, ਅੱਛੇ ਤਰੀਕੇ ਦੀ ਰਾਜਨੀਤੀ ਹੋਵੇ। ਪੰਜਾਬ ਅੱਜ ਬਚਦਾ ਹੀ ਧੀਆਂ 'ਤੇ ਹੈ, ਕਿਉਂਕਿ ਧੀਆਂ ਰਾਜਨੀਤੀ ਕਰਦੀਆਂ ਨਹੀਂ। ਮੈਨੂੰ ਤਾਂ ਸਿੱਧਾ ਕਹਿ ਦਿੰਦੇ ਵੀ ਭਾਈ ਪਾਰਟੀ ਨੂੰ ਫਾਈਨੈਂਸ਼ੀਅਲ ਸਪੋਰਟ ਦੀ ਲੋੜ ਹੈ। ਅਤੇ ਮੈਂ ਸਾਰਿਆਂ ਨੂੰ ਕਹਿਣਾ ਸੀ, ਸਾਡੇ ਰਿਸ਼ਤੇਦਾਰ, ਸਾਡੇ ਆਪਣੇ ਉੱਥੇ ਪੰਪ ਲੱਗੇ ਹੋਏ ਆ, ਮੈਨੂੰ ਕੋਈ ਦੱਸੇ ਤਾਂ ਸਹੀ ਕਿ ਭਾਈ ਪਾਰਟੀ ਨੂੰ ਫਾਈਨੈਂਸ਼ੀਅਲ ਲੋੜ ਹੈ, ਅਸੀਂ ਫੰਡਿੰਗ ਕਰਦੇ ਆਪਣੀ ਪਾਰਟੀ ਲਈ, ਅਸੀਂ ਨਾਲ ਖੜ੍ਹਦੇ। ਸਾਨੂੰ ਤਾਕਤ ਧੀਆਂ ਨੂੰ ਮਿਲਦੀ। ਪਰ ਇਹ ਕੀ ਤਰੀਕਾ ਹੋਇਆ ਵੀ ਇੱਕਦਮ ਤੁਸੀਂ ਅੱਧੀ ਰਾਤ ਨੂੰ 12 ਵਜੇ ਲਿਸਟ ਰਿਲੀਜ਼ ਹੋ ਰਹੀ ਹੈ, ਚੋਰਾਂ ਡਾਕੂਆਂ ਵਾਂਗੂ ਸਾਨੂੰ ਪਤਾ ਲੱਗ ਰਿਹਾ। ਅੱਛਾ ਕੀ ਹੋ ਰਿਹਾ, ਕਿਆ ਇਹ ਤਰੀਕਾ? ਮੈਂ ਇਸ ਨੂੰ ਠੀਕ ਨਹੀਂ ਸਮਝਦੀ। ਹੁਣ ਤੱਕ ਤੁਹਾਨੂੰ ਕੋਈ ਆਵਾਜ਼ ਨਹੀਂ ਸੀ ਇਦਾਂ ਹੋ ਸਕਦਾ? ਨਹੀਂ ਜੀ, ਅਸੀਂ ਬੜੀ ਵਾਰ ਸਾਡੇ ਲੀਡਰਾਂ ਪੁੱਛਦੇ ਰਹੇ, ਨਹੀਂ ਜੀ ਠੀਕ ਆ ਇੱਦਾਂ ਜੀ, ਮਤਲਬ ਸਾਨੂੰ ਰੈਲੀ ਦੇਣ ਦਾ ਮਤਲਬ ਕੀ ਸੀਗਾ ਜੀ? ਦੇਖੋ ਅਸੀਂ ਤਾਂ ਉਸ ਤਰ੍ਹਾਂ ਸਾਡਾ ਜਹਾਜ਼ ਤੁਸੀਂ ਚੱਕਿਆ, ਅਸੀਂ ਤਾਂ ਅੱਗੇ ਲੜਾਈ ਲਈ ਅਕਾਲੀ ਦਲ ਲਈ ਤਿਆਰ ਬੈਠੇ ਸੀ। 5 ਸਾਲ ਦੀ ਤਿਆਰੀ ਸੀ, ਤਾਂ ਇਹ ਜੜ੍ਹਾਂ ਪੱਟਣੀਆਂ ਸੀਗੀਆਂ ਬੇਟੀ ਨੇ, ਕਿਉਂਕਿ 5 ਸਾਲ ਕੁਦਰਤ ਨੇ ਮੈਨੂੰ ਦਿੱਤੇ ਸਰਕਾਰ ਬਣਨ ਨਾਲ। ਜਾਂ ਜੇ ਮੈਨੂੰ ਪਹਿਲਾਂ ਹੀ ਇੱਥੋਂ ਨਾ ਲੜਾਉਂਦੇ, ਜੋ ਐਡਾ ਹੀ ਤਾਕਤਵਰ ਸੀਗਾ ਮੈਡਮ ਭੱਠਲ ਦਾ ਜਵਾਈ, ਮੈਂ ਮੈਡਮ ਨੂੰ ਵੀ ਕਹਿਣਾ ਵੀ ਤੁਸੀਂ ਇੱਕ ਹਲਕਾ, ਇੱਕ ਟਿਕਟ ਤੁਸੀਂ ਆਪਣੀ ਲੜੋ। ਇਹ ਪਰਿਵਾਰਵਾਦ ਨੂੰ ਖਤਮ ਕਰਨਾ ਚਾਹੀਦਾ ਸੀ ਤੁਹਾਨੂੰ। ਜੇ ਅੱਜ ਹੋਰ ਵੀ ਪਰਿਵਾਰਵਾਦ ਇੱਥੇ ਬਹੁਤ ਹੈਗੇ ਆ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਟਿਕਟਾਂ ਦਵਾਈਆਂ, ਇਹ ਮੇਰਾ PA ਹੈ, ਇਹ ਮੇਰਾ ਭਾਈ ਮੇਰੇ ਚਾਚੇ ਦਾ ਮੁੰਡਾ, ਇਹ ਮੇਰੇ ਫਲਾਣੇ ਦਾ ਮੁੰਡਾ। ਤੁਸੀਂ ਪੰਜਾਬ ਲਈ ਕਹਿੰਦੇ ਅਸੀਂ ਸੋਚਦੇ ਹੋ, ਪਾਰਟੀ ਸੋਚ ਰਹੀ ਹੈ, ਕਿੱਦਾਂ ਸੋਚੋਗੇ ਤੁਸੀਂ? ਤਾਂ ਇਹ ਤਾਂ ਕੰਪਨੀ ਬਣ ਗਈ ਵੀ 5 ਬੰਦੇ ਮੇਰੇ ਦੇ ਦਿਓ ਜੀ, 5 ਇਹਦੇ ਦੇ ਦਿਓ। ਤੂੰ ਕਿਹੜੀ, ਮੈਨੂੰ ਲੋਕ ਪੁੱਛਦੇ ਤੂੰ ਕਿਹੜੀ ਕੈਟਾਗਰੀ 'ਚ ਟਿਕਟ ਮੰਗਦੀ ਸੀ? ਮੈਂ ਕਿਹਾ ਮੈਂ ਕਾਂਗਰਸ ਦੇ ਨਾਤੇ, ਮਹਿਲਾ ਦੇ ਹੋਣ ਦੇ ਨਾਤੇ ਟਿਕਟ ਮੰਗਦੀ ਸੀ। ਮੈਂ ਵਰਕਿੰਗ, ਮੇਰੀ ਤਗੜੀ ਹੈ, ਉਸ ਨਾਤੇ ਟਿਕਟ ਮੰਗਦੀ ਸੀ। ਸਾਰਿਆਂ ਨੂੰ ਮੇਰੀ ਸਪੋਰਟ ਕਰਨੀ ਚਾਹੀਦੀ ਸੀ। ਖਾਤਾ ਖੁੱਤਾ ਕੀ ਹੁੰਦਾ ਇਹ ਵੀ ਮੈਂ ਫਲਾਣੇ ਦੇ, ਤੁਸੀਂ ਜੀ ਉਹਦੇ, ਇਹਦਾ ਮਤਲਬ ਸੱਚ ਦਾ ਕੋਈ ਖਾਤਾ ਹੁੰਦਾ? ਸੱਚ ਦਾ ਕਫਨ ਪਾੜ ਕੇ ਸਾਰਿਆਂ ਨੂੰ ਬੋਲਣਾ ਚਾਹੀਦਾ ਸੀ ਵੀ ਉੱਥੇ ਕੁੜੀ ਸਟਰੋਂਗ ਹੈ ਜੀ। ਚਾਹੇ ਮੁੱਖ ਮੰਤਰੀ ਕਹਿੰਦੇ, ਚਾਹੇ ਪ੍ਰਧਾਨ ਕਹਿੰਦੇ, ਇੰਚਾਰਜ ਕਹਿੰਦਾ ਵੀ ਇਹ ਭਾਈ ਕੁੜੀ, ਮੈਂ ਇੰਚਾਰਜ ਨੂੰ ਦੱਸਦੀ ਰਹੀ ਹਾਂ 4 ਸਾਲ ਪਹਿਲਾਂ ਤੋਂ ਵੀ ਭਾਈ ਉੱਥੇ ਤਾਂ ਇਹ ਅਕਾਲੀ ਦਲ ਦੀ ਸਪੋਰਟ ਨਾਲ ਸਾਰੇ ਲੋਕ ਸਾਨੂੰ ਭਾਈ ਦੁਖੀ ਕਰਦੇ ਆ, ਇਹਨਾਂ ਨੂੰ ਥੋੜ੍ਹਾ ਜਿਹਾ ਸਮਝਾਓ। ਕੁੜੀਆਂ ਨੇ ਵੀ ਕੰਮ ਕਰਨਾ ਹੈ, ਲੋਕਾਂ ਨੂੰ ਥੋੜ੍ਹਾ ਜਿਹਾ, ਪੰਜਾਬ ਦੇ ਲੋਕਾਂ ਨੂੰ ਵੀ ਸਾਹ ਆਵੇ। ਸਤਵਿੰਦਰ ਕੌਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਆਜ਼ਾਦ ਇਲੈਕਸ਼ਨ ਲੜਨ ਦਾ ਮਨ ਬਣਾ ਚੁੱਕੀ ਹੈ? ਦੇਖੋ ਚੀਜ਼ਾਂ ਕਿਸ ਤਰ੍ਹਾਂ ਅੱਗੇ ਹੈਂਡਲ ਹੁੰਦੀਆਂ ਨੇ, ਮੈਂ ਸੋਚ ਰਹੀ ਹਾਂ ਮੇਰੇ ਸਾਰੇ ਸਿਆਣੇ ਬਜ਼ੁਰਗ, ਮੇਰੇ ਭੈਣ ਭਰਾ ਜਿਹੜੇ ਇਹਨਾਂ ਰਾਹਾਂ 'ਤੇ ਤੁਰੇ ਹੋਏ ਨੇ, ਉਹਨਾਂ ਦੀਆਂ ਸਲਾਹਾਂ ਲੈ ਰਹੀ ਕਿ ਕਿਸ ਤਰ੍ਹਾਂ ਇਹ ਚੀਜ਼ਾਂ ਨੂੰ, ਕਿਉਂਕਿ ਜਦੋਂ ਕਿ ਪਾਰਟੀ ਦੀ ਸਪੋਰਟ ਹੁੰਦੀ ਹੈ, ਸਪੋਰਟ ਨਾਲ ਹੀ ਸਾਰਾ ਕੁਝ ਹੁੰਦਾ ਹੈ। ਪਹਿਲੀ ਗੱਲ ਤਾਂ ਬਹੁਤ ਵੱਡੀ ਗੱਲ ਹੈ। ਹੁਣ ਮੈਨੂੰ ਕਿੰਨੇ ਕੁ ਲੋਕ, ਕਿਉਂਕਿ ਇਹ ਇੱਕ ਜੰਗ ਹੈ, ਜੰਗ ਹੁਣ ਮੈਂ ਕਿਸ ਤਰ੍ਹਾਂ ਇਹਦੇ 'ਚ ਅੱਗੇ ਵਧਣਾ, ਇਹ ਮੈਨੂੰ ਪਰਮਾਤਮਾ ਰਸਤੇ ਦਿਖਾਉਣਗੇ। ਮੈਨੂੰ ਪੂਰਾ ਭਰੋਸਾ ਹੈ। ਮੈਂ ਆਪਣੇ ਉਸੇ ਜਿਹੜੇ ਭਰੋਸੇ ਰਾਹੀਂ ਮੈਨੂੰ ਲੱਗਦਾ ਮੈਂ ਇਹਦੀ ਚਟਣੀ ਬਣਾ ਕੇ ਇਹਦੇ ਵਿੱਚੋਂ ਕੀ ਰਸਤਾ ਬਿੱਟੀ ਲਈ ਰੱਬ ਨੇ ਸੋਚਿਆ, ਉਸ ਰਸਤੇ 'ਤੇ ਕੋਈ ਗੱਲ ਨਹੀਂ, 1 ਸੈਕਿੰਡ 'ਚ ਹੀ ਚਾਨਣਾ ਹੋ ਜਾਂਦਾ ਕਈ ਵਾਰ, ਹੈ ਨਾ। ਇਹ ਚਾਨਣਾ ਤਾਂ ਗੁਰੂ ਸਾਹਿਬ ਨੇ ਕਰਨਾ ਹੈ, ਕੁਛ ਨਾ ਕੁਛ ਤਾਂ ਚਾਨਣਾ ਹੋਊਗਾ, ਮੈਨੂੰ ਭਰੋਸਾ ਹੈ।
ਜੇ ਪਰਿਵਾਰ 'ਚ ਹੀ ਤੁਹਾਨੂੰ ਇੱਜ਼ਤ ਮਿਲ ਜਾਂਦੀ ਹੈ, ਪਰਿਵਾਰ ਹੀ ਕਹਿੰਦਾ ਲੈ ਭਾਈ ਕੋਈ ਗੱਲ ਨਹੀਂ ਠੀਕ ਹੈ, ਫਿਰ ਹੋਰ ਅੱਛੀ ਗੱਲ ਹੈ। ਜੇ ਪਰਿਵਾਰ ਹੀ ਤੁਹਾਨੂੰ ਠੁੱਡੇ ਮਾਰ ਰਿਹਾ, ਕਹਿੰਦਾ ਵੀ ਕੋਈ ਚੱਕਰ ਹੀ ਨਹੀਂ, 6 ਸਾਲ ਦੇ ਤਾਂ ਅਸੀਂ ਤੁਹਾਡੇ ਅੰਦਰ ਤੁਹਾਨੂੰ ਦੱਸਦੇ ਆਏ ਹਾਂ, ਹੁਣ ਤਾਂ ਫਿਰ ਤੁਸੀਂ ਸ਼ਰੇਆਮ ਹੀ ਸਾਰਾ ਕੁਝ ਲੋਕਾਂ ਨੂੰ ਵੀ ਸਮਝ ਆ ਰਹੀ ਹੈ ਵੀ ਇਹ ਕੀ ਕਰ ਰਹੇ ਹੈ, ਸਾਰੀ ਦੁਨੀਆ ਨੂੰ ਸਮਝ ਆ ਰਹੀ ਹੈ। ਲੀਡਰ ਨੇ ਚੰਨੀ ਨੇ ਜਾਂ ਜਾਖੜ ਦਾ ਤੁਸੀਂ ਨਾਂ ਲਿਆ, ਨਵਜੋਤ ਸਿੰਘ ਸਿੱਧੂ, ਕਿਸੇ ਨੇ ਕੋਈ ਰਾਬਤਾ ਕੀਤਾ ਤੁਹਾਡੇ ਨਾਲ ਵੀ? ਕੋਈ ਨਹੀਂ ਵੈਸਾ ਹੀ ਤੁਹਾਡੇ ਬਾਰੇ ਸੋਚਦੇ? ਨਾ ਜੀ, ਕੋਈ ਕਿਸੇ ਨੇ ਰਾਬਤਾ ਨਹੀਂ ਕੀਤਾ, ਕਿਉਂਕਿ ਕੋਈ ਅਗਲਾ ਸਮਝਦਾ ਹੀ ਨਹੀਂ ਕਿ ਮੇਰੀ ਕੋਈ ਜ਼ਿੰਮੇਵਾਰੀ ਹੈ। ਸਾਰਿਆਂ ਨੂੰ ਲੱਗਦਾ ਦੂਜਾ ਕਰੇ, ਮੈਂ ਕੀ ਲੈਣਾ। ਕੌਣ ਅੱਜ ਕਾਂਗਰਸ ਸਾਂਭ ਰਿਹਾ ਹੈ? ਰਾਹੁਲ ਗਾਂਧੀ ਜੀ ਨੂੰ ਮੈਂ ਕਹਿਣਾ, ਕੌਣ ਪ੍ਰਿਯੰਕਾ ਜੀ ਇੱਥੇ ਮਾਈ ਬਾਪ ਕੌਣ ਹੈ? ਕੌਣ ਤੁਹਾਨੂੰ ਦੱਸ ਰਿਹਾ ਵੀ ਇੱਥੇ ਕੀ ਹੋ ਰਿਹਾ? ਸਾਰੇ ਆਪਣੇ ਲੱਗੇ ਹੋਏ ਹੈ ਵੀ ਮੈਂ ਆ ਕਰ ਲਾਂ, ਮੇਰਾ ਦੇਖ ਲਓ। ਅਸਲੀ ਤੁਹਾਡਾ ਪਹਿਰੇਦਾਰ ਬਣ ਕੇ ਤੁਹਾਨੂੰ ਕੌਣ ਸਲਾਹਾਂ ਦੇ ਰਿਹਾ? ਮੈਂ ਤੁਹਾਡੇ ਧਿਆਨ 'ਚ ਲਿਆ ਰਹੀ ਹਾਂ ਗੱਲਾਂ। ਬਿੱਟੀ ਨੇ ਕੁਝ ਕੱਢਣਾ ਪਾਉਣਾ ਨਹੀਂ, ਪਾਰਟੀ ਨਾਲ ਜੁੜੇ ਹੋਣ ਕਰਕੇ ਇਹ ਗੱਲਾਂ ਮੈਂ ਕਹਿ ਰਹੀ ਹਾਂ ਪਾਰਟੀ ਨੂੰ। ਅੱਜ ਪੂਰੇ ਹਿੰਦੁਸਤਾਨ 'ਚ ਪਾਰਟੀ ਨੂੰ ਖਤਮ ਕਰਨ ਦੇ ਕਿਨਾਰੇ ਸੀ, ਅਸੀਂ ਤਾਂ ਅੱਜ ਵੀ ਡਟ ਕੇ ਖੜੇ ਹਾਂ ਕਾਂਗਰਸ ਪਾਰਟੀ ਨਾਲ। ਆ ਝੰਡਾ ਜਦੋਂ ਦਾ ਮੇਰਾ ਵਿਆਹ ਹੋਇਆ ਉਦੋਂ ਦੀ ਮੈਂ ਦੇਖਦੀ ਹਾਂ ਇੱਥੇ ਲੱਗਿਆ ਹੋਇਆ, ਮੇਰੇ ਇਲਾਕੇ ਦੇ ਲੋਕਾਂ ਨੂੰ ਪੁੱਛੋ। ਪਰ ਜੇ ਆਪਾਂ ਸੱਚ 'ਤੇ ਲੱਭਾਂਗੇ ਹੀ ਨਹੀਂ, ਜੇ ਆਪਾਂ ਨੂੰ ਸਹੀ ਬੰਦੇ ਦੱਸਣਗੇ। ਅੱਜ ਜਿਹੜੇ ਸਾਡੇ ਲੀਡਰ ਹੈ, ਸਾਰੇ ਲੀਡਰਾਂ ਨੂੰ ਮੈਂ ਕਹਿਣਾ ਚਾਹੁੰਦੀ ਹਾਂ, ਜਿੰਨੇ ਵੀ ਹੈ ਕਾਂਗਰਸ ਪਾਰਟੀ ਦੇ, 5 ਸਾਲ ਮੈਂ ਇਹਨਾਂ 'ਚ ਕੰਮ ਕੀਤਾ, ਅੱਜ ਸਾਰਿਆਂ ਦਾ ਫਰਜ਼ ਬਣਦਾ ਹੈ ਹਾਈ ਕਮਾਂਡ ਨੂੰ ਦੱਸੋ ਸੱਚਾਈ ਕੀ ਹੈ। ਜੇ ਅੱਜ ਤੁਸੀਂ ਸੱਚਾਈ ਨਹੀਂ ਦੱਸ ਰਹੇ, ਮੁੜ ਕੇ ਵੀ ਤਾਂ ਬਹੁਤ ਮੁੱਦੇ ਆਣੇ ਆ, ਤੁਸੀਂ ਸਾਨੂੰ ਕੀ ਪਤਾ ਸੱਚ ਦੱਸੋਗੇ ਉੱਥੇ ਜਾ ਕੇ? ਕੈਪਟਨ ਅਮਰਿੰਦਰ ਸਿੰਘ ਜੀ ਇਸ ਵੇਲੇ ਇੰਚਾਰਜ ਹੁੰਦੇ, ਪ੍ਰਧਾਨ ਹੁੰਦੇ, ਤਾਂ ਤੁਹਾਨੂੰ ਲੱਗਦਾ ਵੀ ਤੁਹਾਡੀ ਟਿਕਟ ਫੇਰ ਨਹੀਂ ਸੀ ਕੱਟੀ ਜਾ ਸਕਦੀ? ਦੇਖੋ, ਮੈਂ ਇਹਦੇ ਬਾਰੇ ਕੀ ਕਹਿ ਸਕਦੀ ਹਾਂ, ਹਾਲਾਤ ਤਾਂ ਰੋਜ਼ ਬਦਲਦੇ ਆ, ਕੌਣ ਕੀ ਸੋਚਦਾ ਹੈ। ਪਰ ਸਿਆਸਤ 'ਚ ਵਕਤ ਦੇਖਿਆ ਜਾਂਦਾ, ਵਕਤ ਦੀ ਲੋੜ ਦੇਖੀ ਜਾਂਦੀ ਹੈ, ਵਰਤਿਆ ਵੀ ਜਾਂਦਾ ਹੈ, ਬਹੁਤ ਕੁਛ ਹੈ। ਮੈਂ ਇਹੀ ਕਹਿੰਦੀ ਹਾਂ, ਹੁਣ ਮੇਰਾ ਮੁਕੱਦਰ ਹੈ, ਜੇ ਮੇਰੇ ਮੁਕੱਦਰ 'ਚ ਜੋ ਲਿਖੀ ਹੋਏਗੀ ਤਾਕਤ, ਮੈਂ ਆਪਣਾ ਰਸਤਾ ਚੱਲ ਰਹੀ ਹਾਂ, ਮੇਰੇ ਲੋਕਾਂ ਲਈ ਹੈ। ਮੇਰੇ ਲੋਕ ਅੱਜ ਇਹ ਨਹੀਂ ਕਹਿ ਸਕਦੇ ਕਿ ਬਿੱਟੀ ਛੱਡ ਕੇ ਭੱਜੀ। ਜੇ ਮੈਂ ਇਲੈਕਸ਼ਨ ਲੜੀ ਸੀ 5 ਸਾਲ, ਅੱਜ ਇੱਕ ਘਰ 'ਚ ਬਿੱਟੀ ਦੀ ਤੁਹਾਨੂੰ ਫੋਟੋ ਮਿਲੂਗੀ। ਜਿਹੜੇ ਲੋਕ ਮੈਨੂੰ ਪਿਆਰ ਕਰਦੇ ਆ, ਜਿਨ੍ਹਾਂ ਨੇ ਮੈਨੂੰ ਚਾਹ ਪਿਲਾਈ, ਰੋਟੀ ਖਵਾਈ, ਮੈਂ ਸਾਰੇ ਲੋਕਾਂ ਦਾ ਧੰਨਵਾਦ ਕਰਦੀ ਹਾਂ। ਮੈਂ ਤਾਂ ਆਪਣਾ ਫਰਜ਼ ਨਿਭਾਇਆ, ਕਿਉਂਕਿ ਮੈਂ ਵਾਅਦਾ ਕੀਤਾ ਸੀ ਮੈਂ ਇੱਥੇ ਰਹਿ ਕੇ ਤੁਹਾਡੀ ਸੇਵਾ ਕਰਨੀ ਹੈ। ਸਰਕਾਰ ਬਣਨ ਵਾਲੀ ਮੈਂ ਸੇਵਾ ਕਰ ਪਾਈ, ਅੱਜ ਇੰਨੀਆਂ ਸੜਕਾਂ ਮੈਂ ਬਣਾ ਪਾਈ। ਅੱਜ ਮੈਂ ਆਪਣੇ ਦਿਮਾਗ ਨਾਲ ਵੱਡੇ ਪਿੰਡਾਂ ਨੂੰ ਛੋਟੇ ਕਰਕੇ, ਇਹਨਾਂ ਨੂੰ ਤਾਂ ਇਹ ਨਹੀਂ ਪਤਾ ਪਿਆ ਕਿਹੜੇ ਪਿੰਡ ਨੂੰ ਛੋਟਾ ਕਰਕੇ ਉੱਥੇ 1.5 ਕਰੋੜ ਰੁਪਏ ਦੀ ਗ੍ਰਾਂਟ ਲਵਾਈ ਹੈ। ਕਿੰਨੀਆਂ ਮੈਂ ਪੁਲੀਆਂ ਬਣਵਾਤੀਆਂ। ਇੱਥੇ ਆ ਜਾ ਕੇ ਦੇਖੋ ਤੁਸੀਂ, ਇੱਥੇ ਕਿੰਨਾ ਸੋਹਣਾ ਪਾਣੀ ਜਾਂਦਾ। ਅੱਜ ਜਿਹੜਾ ਗੰਦਾ ਇੱਥੇ ਪਾਣੀ ਜਾਂਦਾ ਸੀ ਸਾਡੇ ਇੱਥੇ ਨਾਲੇ 'ਚੋਂ, ਹੈ ਜੀ। ਅੱਜ ਹੀਰੋ ਸਾਈਕਲ ਇੰਡਸਟਰੀ 'ਚ ਮੈਂ ਕਿੰਨੇ ਲੋਕਾਂ ਦੀਆਂ ਸਿਫਾਰਸ਼ਾਂ ਕਰਦੀਆਂ, ਇੱਥੇ ਨੌਕਰੀ ਇੱਥੇ ਚਾਹੀਦੀ ਹੈ। ਅੱਜ ਜੇ ਸੀਵਰੇਜ ਸਾਡਾ ਅਕਾਲੀ ਦਲ ਨੇ ਕਿਤੇ ਜੋੜਿਆ ਨਹੀਂ, ਲੋਕ ਤਾਂ ਗੰਦ 'ਚ ਰਹਿ ਰਹੇ ਆ। ਰਾਹੋਂ ਰੋਡ ਦਾ ਮੈਨੂੰ ਥੋੜ੍ਹਾ ਜਿਹਾ ਮੌਕਾ ਮਿਲਿਆ ਸੀ ਵੀ ਪਾਣੀ ਮੈਂ ਅੱਜ ਕੱਢਤਾ ਉੱਥੇ ਲੋਕਾਂ ਨੂੰ, ਰੋਜ਼ ਜਾ ਕੇ ਇਹਦਾ ਕੀ ਹੱਲ ਕਰਾਂ। ਰੋਜ਼ ਜਾ ਕੇ ਇਹ ਅਕਾਲੀ ਦਲ ਕਹਿੰਦਾ ਸੀ ਅਸੀਂ ਧਰਨਾ ਲਾਵਾਂਗੇ, ਬਿੱਟੀ ਪਾਣੀ ਐਵੇਂ ਕਿੱਧਰ ਨੂੰ ਭਜਾ ਰਹੀ ਹੈ, ਕਿੱਧਰ ਨੂੰ ਕੱਢ ਰਹੀ ਹੈ। ਮੈਂ ਕਿਹਾ ਆ ਜਾਓ, ਤੁਹਾਡੀ ਇੱਥੇ ਹੀ ਬੈਠੀ ਹੈ ਭੈਣ। ਉਹ ਪਾਣੀ ਕੱਢਿਆ ਡਟ ਕੇ, ਉਹਦਾ ਰਸਤਾ ਬਣਾਇਆ। ਅੱਜ ਉੱਥੇ ਟਰੀਟਮੈਂਟ ਪਲਾਂਟ ਲੱਗਣੇ ਸੀ, ਅੱਜ ਮੈਂ ਇੱਥੇ ਕਾਲਜ ਲੈ ਕੇ ਆਉਣੇ ਸੀਗੇ, ਕਿ ਮੈਂ ਸਮਝ ਚੁੱਕੀ ਸੀ ਕਿ ਮੇਰੇ ਇਲਾਕੇ ਦੀ ਲੋੜ ਕੀ ਹੈ। ਅੱਜ ਸੀਵਰੇਜ ਦੇ ਜੋ ਮੈਂ ਇਹ ਸਿਸਟਮ ਬਣਾਉਣਾ ਸੀਗਾ, ਮੈਨੂੰ ਸਮਝ ਆ ਚੁੱਕੀ ਸੀ। ਜੇ 20 ਸਾਲ ਅਕਾਲੀ ਦਲ ਨੇ ਕਾਲਜ ਨਹੀਂ ਲਿਆਂਦਾ, ਉਹੀ ਉੱਥੇ ਜਿੱਤੇ ਹੋਏ ਨੇ। ਮੈਂ ਤਾਂ ਇੱਕ ਹਾਰਿਆ ਹੋਇਆ ਇਨਸਾਨ ਆ, ਇੱਥੇ ਹਾਰ ਕੇ ਮੈਂ ਆਪਣੀ ਲੜਾਈ ਲੜੀ ਹੈ। ਅਕਾਲੀ ਦਲ ਨੂੰ ਇੱਥੇ ਲੋਕ ਉਹ ਆਪਣੀ ਸਟ੍ਰੈਟਜੀ ਬਣਾਉਂਦਾ, ਆਪਣੇ ਗੇਮ ਘੁਮਾ ਕੇ ਉਹ ਜਿੱਤ ਕੇ ਆਪਣੇ ਤਰੀਕੇ ਨਾਲ ਆਪਣੀ ਕਰਪਸ਼ਨ ਕਰ ਰਹੇ ਆ। ਜੋ ਵੀ ਅੱਜ ਉਹਨਾਂ ਦਾ ਵਿਰੋਧ ਹੁੰਦਾ ਪਿੰਡਾਂ 'ਚ, ਉਹਨੂੰ ਪਤਾ ਸੀ ਕਿ ਮੈਂ ਆਪਣੀ ਗੇਮ ਕਿਵੇਂ ਖੇਡ ਰਹੀ ਹਾਂ। ਰਜਿੰਦਰ ਕੌਰ ਭੱਠਲ ਤੇ ਸਿੱਧਾ ਇਲਜ਼ਾਮ ਆ ਵੀ ਅਕਾਲੀ ਦਲ ਦੇ ਇਸ਼ਾਰੇ ਤੇ ਟਿਕਟ ਜਿਹੜੀ ਬਦਲੀ ਗਈ। ਇਹ ਤਾਂ ਹੁਣ ਉਹੀ ਦੱਸਣਗੇ। ਤੁਸੀਂ ਪੁੱਛੋ, ਤੁਸੀਂ 2 ਟਿਕਟਾਂ ਕਿਉਂ ਲੈ ਰਹੇ ਹੋ? ਜੰਗ ਤਾਂ ਇੱਕ ਲੜਨੀ ਮੈਡਮ ਔਖੀ ਹੈ ਜੀ। ਇੱਕ ਇਲੈਕਸ਼ਨ ਲੜਨੀ ਇੱਕ ਹਲਕੇ ਦੀ ਕਿਤੇ ਛੋਟੀ ਗੱਲ ਹੈ? ਤੁਸੀਂ 2 ਦਾ ਪੰਗਾ ਲੈ ਰਹੇ ਹੋ। ਤੁਹਾਡਾ ਪਰਿਵਾਰ ਕਿੱਥੇ ਲੜਾਈ ਲੜੂਗਾ? ਇੱਥੇ ਲੜੂਗਾ ਕਿ ਉੱਥੇ ਲੜੂਗਾ? ਜੇ ਤੁਸੀਂ ਆਪ ਵੀ ਪਿਛਲੀ ਵਾਰ ਨਹੀਂ ਜਿੱਤੇ, ਉਹਨਾਂ ਦੀ ਟਿਕਟ ਵੀ ਕੱਟ ਦਿੰਦੇ, ਉਹ ਵੀ ਤਾਂ ਹਾਰ ਗਏ ਸੀ। ਜੇ ਮੇਰੀ ਟਿਕਟ ਕੱਟੀ ਹੈ, ਉਹ ਵੀ ਤਾਂ ਪਿਛਲੀ ਵਾਰ ਹਾਰੇ ਸੀਗੇ, ਉਹਨਾਂ ਦੀ ਟਿਕਟ ਕਿਉਂ ਨਹੀਂ ਕੱਟੀ ਹੈਗੀ? ਸੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਅੱਜ ਪੰਜਾਬ ਸੱਚ ਦੀ ਸਿਆਸਤ ਚਾਹੁੰਦਾ। ਪੰਜਾਬ ਅਸੀਂ ਮੁੱਦਿਆਂ ਨਾਲ ਲੜ ਕੇ, ਸਾਡੇ ਲੋਕ, ਕਿਹੜਾ ਲੀਡਰ ਕਿਸਾਨੀ ਅੰਦੋਲਨ 'ਚ ਗਿਆ? ਮੈਨੂੰ ਇੱਕ ਵੀ ਦਿਖਾ ਦਿਓ। ਤੁਹਾਨੂੰ ਉੱਥੇ ਖੁਦ ਕਵਰ ਵੀ ਕੀਤਾ, ਤੁਹਾਨੂੰ ਅਸੀਂ ਦੇਖਿਆ ਉੱਥੇ। ਕਾਂਗਰਸ ਪਾਰਟੀ ਦਾ ਵੀ ਹਿੱਸਾ ਹਾਂ, ਪਰ ਮੈਂ ਕਿਸੇ ਨਾਲ ਠੱਗੀ ਨਹੀਂ ਮਾਰੀ। ਮੈਂ ਡਟ ਕੇ ਕਿਸਾਨਾਂ ਦਾ ਵੀ ਸਾਥ ਦਿੱਤਾ। ਮੈਂ ਕਿਸਾਨਾਂ ਦੀ ਧੀ ਹਾਂ। ਮੈਂ ਉਹਨਾਂ ਨੂੰ ਕਿਹਾ, ਮੈਂ ਜਿੱਥੇ ਵੀ ਹਾਂ, ਜਿਹੜੀ ਮਰਜ਼ੀ ਪਲੇਟਫਾਰਮ 'ਤੇ ਆ, ਮੈਂ ਆਪਣੇ ਲੋਕਾਂ ਲਈ ਹਾਂ, ਪੰਜਾਬ ਲਈ ਹਾਂ।
ਮੈਂ ਤਾਂ ਤੁਹਾਡੀਆਂ ਗੱਲਾਂ ਕਰ ਰਹੀਆਂ। ਹਰਕਤ ਦਾ ਵਿਰੋਧ ਹੋਇਆ ਤਾਂ ਕਿਸਾਨੀ ਅੰਦੋਲਨ 'ਚ ਤੁਹਾਨੂੰ ਬੜਾ ਪਿਆਰ ਮਿਲਿਆ ਉੱਤੇ। ਮੈਨੂੰ ਬਹੁਤ ਪਿਆਰ, ਕਿਉਂਕਿ 20 ਸਾਲ ਜਿਨ੍ਹਾਂ ਨੇ ਮੈਨੂੰ ਗਵਾਇਆ ਘਰੇ ਬੁਲਾ ਕੇ, ਉਹਨਾਂ ਨੂੰ ਪਤਾ ਸੀ ਕਿ ਬਿੱਟੀ ਨੇ ਪੈਸਾ ਨਹੀਂ ਕਦੇ ਅੱਗੇ ਰੱਖਿਆ। ਬਿੱਟੀ ਸਾਡੇ ਹਰ ਪਰਿਵਾਰ 'ਚ ਜੇ ਉਹਨੇ ਗੀਤ ਗਾਏ ਨੇ, ਆਪਣਾ ਪਰਿਵਾਰ ਸਮਝ ਕੇ ਗੀਤ ਗਾਏ। ਅੱਜ ਜੇ ਹਰ ਪਰਿਵਾਰ ਦੀ ਮੈਂ ਮਦਦ ਕੀਤੀ, ਆਪਣਾ ਸਮਝ ਕੇ ਮਦਦ ਕੀਤੀ ਹੈ। ਇਹੀ ਸੱਚਾਈ ਹੈ। ਜਿੰਨੇ ਜੋਗੀ ਸੀ ਮੈਂ, ਕਿਉਂਕਿ ਮੇਰੀ ਚੱਲਣ ਨਹੀਂ ਸੀ ਦਿੰਦੇ ਬਹੁਤ ਜਗ੍ਹਾ। ਇਹ ਤਾਂ ਪਹਿਲੇ ਦਿਨ ਤੋਂ ਮੈਂ ਲੜਾਈ ਲੜ ਰਹੀ ਹਾਂ। ਸਭ ਨੂੰ ਇਹ ਪਤਾ ਹੈ, ਇਨਸਾਈਡ ਕਾਂਗਰਸ ਸਾਰਿਆਂ ਨੂੰ ਪਤਾ ਹੈ ਕਿ ਇੱਥੇ ਰਲ ਮਿਲ ਕੇ ਇਹਨਾਂ ਨੇ ਆਪਣਾ ਦੇਖਣਾ ਵੀ ਅਸੀਂ ਕਿਵੇਂ ਸੈਟਲਮੈਂਟ ਕਰ ਲਈਏ, ਔਰ ਇਹ ਜਿੱਤਣ 'ਚ ਕਾਮਯਾਬ ਹੋ ਜਾਂਦੇ। ਕਿਉਂਕਿ ਗੇਮ ਹੈ, ਇਹ ਤਾਂ ਇੱਕ ਮੈਥੇਮੈਟਿਕਸ ਹੈ। ਇੱਥੇ ਇੰਨੇ % ਵੋਟਾਂ ਬਣਾਈ ਬੈਠੇ ਹਾਂ ਜੀ, ਚੱਕੋ ਜੀ ਇਹਨੂੰ ਐਂ ਆਪਾਂ ਚੱਕਣਾ, ਇੱਥੇ ਐਂ ਬਣਾਈ ਬੈਠੇ ਹਾਂ। ਇਸ ਤਰ੍ਹਾਂ ਦੀਆਂ ਗੇਮਸ 'ਚ ਆਪਾਂ ਫਸੇ ਬੈਠੇ ਹਾਂ। ਅਤੇ ਪਰ ਮੈਂ ਬਹੁਤ ਨੇੜੇ ਸੀ ਹੁਣ ਇਹਨਾਂ ਨੂੰ। ਕੋਈ ਨਹੀਂ, ਕੁਦਰਤ ਮੇਰਾ ਇਮਤਿਹਾਨ ਲੈ ਰਹੀ ਹੈ। ਮੈਂ ਇੱਥੇ ਹੀ ਬੈਠੀ ਹਾਂ। 20 ਸਾਲ ਬਾਅਦ ਮੈਂ ਆਹੀ ਕੁਛ ਇਹਨਾਂ ਨੂੰ ਮੋੜ ਦੂੰਗੀ, ਚਾਹੇ ਮੈਨੂੰ 20 ਲੱਗਣ, ਮੋੜ ਕੇ ਜਾਊਂਗੀ। ਚਾਹੇ ਫਿਰ ਕਿਹੜੀ ਗੱਲ ਹੈ, ਮੈਂ ਇੱਥੇ ਹੀ ਰਹਿਣਾ। ਮੇਰਾ ਪਰਿਵਾਰ ਹੈ, ਮੇਰਾ ਘਰ ਹੈ, ਜਿੰਨੀ ਮੇਰਾ ਜੀਵਨ ਹੈ, ਮੈਂ ਲੋਕਾਂ ਨੂੰ ਸਮਰਪਿਤ। ਆਪਣੀ ਇੱਕ ਲੜਾਈ ਜੀਵਨ 'ਚ ਆਪਣਾ ਇੱਕ ਤਰੀਕਾ ਕੰਮ ਕਰਨ ਦਾ, ਨਿੱਜੀ ਕੋਈ ਲੜਾਈ ਨਹੀਂ, ਪਰ ਇੱਕ ਸਿਸਟਮ ਜਿਹੜਾ ਆਪਾਂ ਬਣਾਤਾ ਗਿਆ। ਲੋਕ ਤਾਂ ਮਜਬੂਰ ਹੋ ਗਏ ਨਾ। ਅੱਜ ਜਥੇਦਾਰ ਮੈਂ ਭਜਾਤੇ ਸੀ ਸਾਰੇ, ਜਿਹੜੇ ਪਿੰਡਾਂ 'ਚ ਲੋਕਾਂ ਨੂੰ ਦਬ ਕੇ ਮਾਰਦੇ ਸੀ। ਅੱਜ ਇੱਕ ਦਬਕਾ ਨਹੀਂ ਮੇਰੇ ਇਲਾਕੇ 'ਚ ਕੋਈ ਮਾਰਨ ਜੋਗਾ ਸੀ। ਮੈਂ ਕਹਿੰਦੀ ਮਾਰ ਦਬਕਾ, ਓਏ ਮੈਂ ਆਉਂਦੀ ਹਾਂ, ਕਿਹਨੂੰ ਮਾਰਿਆ ਦਬਕਾ? ਇੱਕ ਸਰਪੰਚ ਨੂੰ ਕਿਸੇ ਇਹਨਾਂ ਨੇ ਗੁੰਡਿਆਂ ਤੋਂ ਕਟਾਇਆ, ਉਹਦੇ ਘਰੇ ਪਹੁੰਚ ਗਈ ਮੈਂ ਕਿਹਾ ਦੱਸ ਕਿਹੜਾ ਓਏ, ਆ ਬਾਹਰ ਨਿਕਲ, ਦੱਸ ਕਿਸ ਤਰ੍ਹਾਂ ਤੂੰ ਮੇਰੇ ਲੋਕਾਂ ਨੂੰ ਦਬਕੇ ਮਾਰੂੰਗੇ? 2022 ਦੇ ਵਿੱਚ ਸਤਵਿੰਦਰ ਕੌਰ ਬਿੱਟੀ ਪੰਜਾਬ ਦੇ ਇਸ ਹਾਲਾਤਾਂ ਵਿੱਚ ਕਾਂਗਰਸ ਦਾ ਜਾਂ ਕੀ ਭਵਿੱਖ ਦੇਖਦੇ ਨੇ? ਦੇਖੋ, ਇਹਦੇ 'ਚ ਮੈਂ ਕੀ ਕਹਿ ਸਕਦੀ ਹਾਂ। ਮੈਂ ਤਾਂ ਇਹ ਕਹਿੰਦੀ ਹਾਂ ਕਿ ਪੰਜਾਬ ਲਈ ਅੱਛਾ ਹੋਣਾ ਚਾਹੀਦਾ। ਪਾਰਟੀ ਕੋਲ ਅੱਛੇ ਬੰਦੇ ਵੀ ਬਹੁਤ ਹੈ। ਪਾਰਟੀ ਨੂੰ ਧਿਆਨ ਦੇਣਾ ਚਾਹੀਦਾ ਕਿ ਉਹਨਾਂ ਨੂੰ ਸਾਂਭਣਾ ਚਾਹੀਦਾ। ਜੇ ਅੱਜ ਮਮਤਾ ਬੈਨਰਜੀ ਜੀ, ਮੈਨੂੰ ਪਤਾ ਲੱਗਿਆ ਕਿ ਉਹ ਪਹਿਲਾਂ ਕਾਂਗਰਸ 'ਚ ਸੀ, ਅੱਜ ਉਹ ਮੁੱਖ ਮੰਤਰੀ ਬਣੇ ਨੇ, ਤੁਸੀਂ ਉਹਨਾਂ ਨੂੰ ਸਾਂਭਿਆ ਨਹੀਂ। ਅੱਜ ਤੁਹਾਨੂੰ ਸਾਂਭਣਾ ਚਾਹੀਦਾ ਹਰ ਬੰਦੇ ਨੂੰ, ਜਿਹੜਾ ਤੁਹਾਡਾ ਪਰਿਵਾਰ ਦਾ ਹਿੱਸਾ ਹੈ। ਤੁਸੀਂ ਉਹਦੇ ਵੱਲ ਦੇਖ ਹੀ ਨਹੀਂ ਰਹੇ। ਉਹ 'ਚ ਕਿੰਨੀ ਪਾਵਰ। ਮੈਂ ਪੰਜਾਬੀਆਂ ਲਈ ਇੱਕ ਆਵਾਜ਼ ਆ, ਪੰਜਾਬ 'ਚ ਕੰਮ ਕਰ ਸਕਦੀ ਸੀ, ਤੁਸੀਂ ਮੈਨੂੰ ਇੱਕ ਇਲਾਕੇ 'ਚ ਕੰਮ ਨਹੀਂ ਕਰਨ ਦਿੱਤਾ। ਇਹ ਮੇਰਾ ਸ਼ਿਕਵਾ ਹੈ, ਔਰ ਇਹ ਇੱਕ ਘਾਟ ਹੈ ਪਾਰਟੀ ਲਈ। ਪਾਰਟੀ ਲਈ ਵੀ ਤਾਂ ਘਾਟ ਹੈ ਨਾ, ਜੇ ਪੰਜਾਬ 'ਚ ਰਹੇਗੀ ਕਾਂਗਰਸ ਪਾਰਟੀ, ਕਿਉਂਕਿ ਇਹ ਸਾਂਭ ਨਹੀਂ ਰਹੇ, ਸਾਂਭ ਨਹੀਂ ਪਾ ਰਹੇ। ਮੈਨੂੰ ਜੋ ਲੱਗਦਾ ਹੈਗਾ, ਇਹ ਜਾ ਨਹੀਂ ਰਹੇ ਜ਼ਮੀਨੀ ਪੱਧਰ 'ਤੇ। ਸਰਵੇ ਕਰਨ ਲਈ ਤੁਸੀਂ ਹਿਮਾਚਲ ਤੋਂ ਬੰਦੇ ਲਿਆਉਂਗੇ? ਪੰਜਾਬ ਦਾ ਹਿਮਾਚਲ ਵਾਲਾ ਬੰਦਾ ਆ ਕੇ ਦੱਸੂਗਾ ਜਾਂ ਰਾਜਸਥਾਨ ਵਾਲਾ ਦੱਸੂਗਾ ਕਿ ਇੱਥੇ ਭਾਈ ਕੀ ਕਰ ਰਹੇ ਨੇ? ਇਹ ਕੀ ਤਰੀਕਾ ਹੈ, ਮੈਨੂੰ ਦੱਸੋ। ਇਹ ਤਰੀਕਾ ਸਰਵੇ ਕਰਨ ਦਾ ਵੀ ਰਾਜਸਥਾਨ ਤੋਂ ਬੰਦਾ ਲਿਆ ਕੇ ਦੱਸ ਦਿਓ, ਹਾਂ ਵੀ ਕੈਸੇ ਕਰਨਾ ਹੈ, ਇਹ ਕਰਨਾ ਹੈ। ਇੱਦਾਂ ਮੈਂ ਸਮਝਦੀ ਹਾਂ ਕਿ ਸਾਡਾ ਬਹੁਤ ਨੁਕਸਾਨ ਹੈ ਇਹਨਾਂ ਚੀਜ਼ਾਂ 'ਚ। ਪੰਜਾਬ ਨੂੰ ਹੀ ਜਾਗਣਾ ਪਊਗਾ, ਲੋਕਾਂ ਨੂੰ ਹੀ ਜਾਗਣਾ ਪਊਗਾ। ਸਤਵਿੰਦਰ, ਤੁਸੀਂ ਮੰਨਦੇ ਵੀ ਤੁਹਾਨੂੰ ਸਰਵੇ ਨੇ ਹਰਾਇਆ ਆ? ਕਿਉਂਕਿ ਸਰਵੇ ਵਿੱਚ ਤਾਂ ਜੇ ਆਪਾਂ ਦੇਖੀਏ ਤਾਂ ਵਿਕਰਮ ਤਾਂ ਪਹਿਲਾਂ ਵੀ ਕਦੇ ਉੱਪਰ ਸੀ। ਜੀ ਵੀ ਇਹੀ ਦੱਸਦੇ ਆ ਉੱਪਰ ਕੀ ਗੇਮਾਂ ਚੱਲਦੀਆਂ। ਮੈਂ ਉਹ ਗੇਮਾਂ, ਅਸੀਂ ਧੀਆਂ ਨਹੀਂ ਜਾਣਦੀਆਂ, ਨਾ ਅਸੀਂ ਗੇਮਾਂ 'ਚ ਫਸਣਾ ਚਾਹੁੰਦੇ ਹਾਂ। ਮੈਨੂੰ ਤਾਂ ਚਿਹਰੇ, ਮੈਂ ਲੋਕਾਂ ਦੀ ਯਾਦ ਨਹੀਂ ਰੱਖਦੀ। ਮੇਰੇ ਕੋਲ ਜਿਹੜਾ ਆ ਗਿਆ, ਦੱਸ ਭਾਈ ਤੇਰਾ ਕੀ ਫੋਨ ਕਰਨਾ, ਤੇਰੀ ਕਿਵੇਂ ਮਦਦ ਕਰਾਂ। ਕਿਉਂਕਿ ਮੈਂ ਨੌਕਰੀ ਵੀ ਕੀਤੀ ਹੈ। ਨੌਕਰੀ ਕਰਨ ਨਾਲ ਮੈਨੂੰ ਇਹ ਪਤਾ ਸੀ ਵੀ ਇਹ ਬੰਦਾ ਜਿਹੜਾ ਚਿੱਠੀ ਲੈ ਕੇ ਆਇਆ ਹੈ ਜੀ, ਇਹਦੀ ਮੈਂ ਡੀਸੀ ਨੂੰ ਭੇਜਾਂ, ਇਹਦੀ ਕਿਹੜੇ ਡਿਪਾਰਟਮੈਂਟ ਨਾਲ ਕੰਸਰਨ ਡਿਪਾਰਟਮੈਂਟ ਕਿਹੜਾ, ਇਹਦੀ ਉੱਪਰੋਂ ਥੱਲੇ ਨੂੰ ਚਲਾਵਾਂ ਜਾਂ ਥੱਲੇ ਭੇਜਾਂ ਕਿ ਇਹ ਉੱਪਰ ਆਪਣਾ CM ਲੈਵਲ ਤੱਕ ਜਾਵੇ। ਸੋ ਇਹ ਮੇਰਾ ਤਜਰਬਾ ਸੀ, ਜਿਹੜਾ ਮੈਂ 5 ਸਾਲ ਇਸ ਇਲਾਕੇ ਨੂੰ ਸਾਂਭ ਸਕੀ ਔਰ ਇੰਨੇ ਕੰਮ ਕਰਾ ਸਕੀ। ਧੰਨਵਾਦ ਹੈ ਪਰਮਾਤਮਾ ਦਾ, ਬਹੁਤ ਅੱਛਾ ਇਹ ਮੇਰਾ ਸਫ਼ਰ 5 ਸਾਲ ਦਾ ਰਿਹਾ। ਅੱਜ ਵੀ ਲੋਕ ਜੀ ਮੈਨੂੰ ਪਿਆਰ ਦੇ ਰਹੇ ਹੈ। ਸਿਆਸਤ 'ਚ ਰਹਿ ਕੇ ਬਹੁਤ ਲੋਕ, ਅੱਜ ਮੇਰੇ ਆ ਬਜ਼ੁਰਗ ਬੈਠੇ ਆ ਪਿੰਡਾਂ ਦੇ, ਮੇਰੇ ਸਿਰ 'ਤੇ ਹੱਥ ਰੱਖਦੇ ਆ। ਇਹੀ ਮੇਰੀ ਜਿੱਤ ਹੈ, ਮੈਂ ਇਹਨੂੰ ਜਿੱਤ ਸਮਝਦੀ ਹਾਂ। ਅੱਜ ਵਿਰੋਧੀ ਡਰੇ ਫਿਰਦੇ ਸੀ ਇਸ ਛੋਟੀ ਜਿਹੀ ਧੀ ਤੋਂ। ਜੇ ਡਰ ਕੇ ਉਹਨਾਂ ਨੇ ਇੱਕ ਗੇਮ ਚਲਾਤੀ, ਇਟ ਮੀਨਸ ਮੈਂ ਸਕਸੈਸ ਆ। ਮੇਰੀ ਤਾਂ ਸਫਲਤਾ ਮੈਂ ਪਾ ਲਈ। ਅੱਜ ਐਡੇ ਐਡੇ ਦਿਗਜ ਤੁਹਾਡੀ ਭੈਣ ਤੋਂ ਜੇ ਡਰ ਰਹੇ ਨੇ, ਉਹਦੀ ਟਿਕਟਾਂ ਚੇਂਜ ਕਰਾ ਰਹੇ ਨੇ, ਇਟ ਮੀਨਸ ਮੈਂ ਤਾਂ ਕਾਮਯਾਬ ਹਾਂ। ਅਤੇ ਜਿਹੜਾ ਬੰਦੇ ਨੂੰ ਪਰਮਾਤਮਾ ਕਾਮਯਾਬ ਕਰਨਾ ਚਾਹੁੰਦਾ ਤਾਂ ਉਹਨੇ ਇਹਨੂੰ ਕਰਕੇ ਛੱਡਣਾ। ਇਹ ਮੇਰਾ ਵਿਸ਼ਵਾਸ। ਬਜ਼ੁਰਗ ਸਾਥੀ ਕੀ ਕਹਿ ਰਹੇ ਨੇ ਕਿ ਆਜ਼ਾਦ ਤੌਰ 'ਤੇ ਲੜੋ? ਉਹ ਤਾਂ ਕਹਿੰਦੇ ਅਸੀਂ ਪੁੱਤ ਤੇਰੇ ਨਾਲ ਆ, ਸਾਨੂੰ ਤੇਰੇ 'ਤੇ ਭਰੋਸਾ, ਤੂੰ ਕੋਈ ਫੈਸਲਾ। ਮੈਂ ਕਿਹਾ ਜੀ ਮੈਂ ਇਹਦੇ ਬਾਰੇ ਸੋਚ ਰਹੀ ਹਾਂ, ਸਲਾਹਾਂ ਸਾਰਿਆਂ ਨਾਲ ਲੈ ਰਹੇ ਹਾਂ, ਅਤੇ ਦੇਖਦੇ ਹਾਂ ਜੀ ਕਿਸ ਤਰ੍ਹਾਂ ਕਿਸਮਤ ਕਿੱਧਰ ਲੈ ਕੇ ਜਾਂਦੀ। ਬਹੁਤ ਮਿਹਰਬਾਨੀ। ਥੈਂਕ ਯੂ ਬ੍ਰਦਰ, ਤੁਹਾਡਾ ਬਹੁਤ ਬਹੁਤ।
ਸਤਵਿੰਦਰ ਕੌਰ ਬਿੱਟੀ ਦਾ ਮੰਨਣਾ ਆ ਕਿ ਜਿਹੜਾ 28,000 ਦਾ ਫਰਕ 2012 ਦੇ ਵਿੱਚ ਸੀ, ਉਹ ਪਿਛਲੀ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਦੋਂ ਸਤਵਿੰਦਰ ਬਿੱਟੀ ਤੇ ਭਰੋਸਾ ਪ੍ਰਗਟਾਇਆ ਗਿਆ ਤਾਂ ਉਹ ਲਗਭਗ 4-4.5 ਦਾ ਰਹਿ ਗਿਆ। 5 ਸਾਲ ਕੰਮ ਵੀ ਕੀਤੇ ਨੇ, ਸਰਕਾਰ ਦੀਆਂ ਜੋ ਗ੍ਰਾਂਟਾਂ ਸੀ ਜਾਂ ਸਰਕਾਰ ਦੁਆਰਾ ਦਿੱਤੀਆਂ ਸਹੂਲਤਾਂ ਵੀ ਇਲਾਕੇ ਨੂੰ ਮਿਲੀਆਂ, ਪਰ ਪਰਿਵਾਰਵਾਦ ਭਾਰੀ ਹੋਣ ਕਾਰਨ ਉਹਨਾਂ ਦੀ ਟਿਕਟ ਇੱਥੋਂ ਸਾਹਨੇਵਾਲ ਹਲਕੇ ਤੋਂ ਕੱਟ ਦਿੱਤੀ ਗਈ ਆ। ਦੇਖਦੇ ਹਾਂ ਸਤਵਿੰਦਰ ਕੌਰ ਬਿੱਟੀ ਆਉਣ ਵਾਲੇ 1-2 ਦਿਨ ਦੇ ਵਿੱਚ ਕੀ ਫੈਸਲਾ ਲੈਂਦੇ ਨੇ, ਕੀ ਉਹ ਵਾਕਿਆ ਹੀ ਨਿਰਾਸ਼ ਹੋ ਕੇ ਬੈਠਦੇ ਨੇ ਜਿਹੜਾ ਕੋਈ ਉਹਨਾਂ ਮੰਨਣਾ ਕਿ ਅਸੀਂ ਕਦੀ ਨਹੀਂ ਹੋਵਾਂਗੇ। ਪਰ ਇਹਦਾ ਲੱਗ ਰਿਹਾ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਤਵਿੰਦਰ ਕੌਰ ਬਿੱਟੀ ਪੰਜਾਬ ਦੇ ਲੋਕਾਂ ਵਿੱਚ, ਸਾਹਨੇਵਾਲ ਦੇ ਲੋਕਾਂ ਦੇ ਵਿੱਚ ਦੁਬਾਰਾ ਚਾਹੇ ਯਾਦ ਤੌਰ 'ਤੇ ਜਾਣ, ਚਾਹੇ ਕਿਸ ਤਰ੍ਹਾਂ ਲੋਕਾਂ ਦੇ ਨਾਲ ਜੁੜਨ, ਲੱਗ ਰਿਹਾ ਕਿ ਉਹ ਜੁੜਨਗੇ ਜ਼ਰੂਰ। ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।